ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਮ ਸਨਮੁਖ ਹੋਏ ਕਰ ਖਰੇ, ਗਾਈ ਸਿਫਤ ਸੁਨਾਏ। ਵਧਿਓ ਪ੍ਰੇਮ ਦਉ ਦਿਸ਼ਨ, ਜਲ ਆਨੰਦ ਚਖ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਆਪਣਾ ਜੀਵਨ ਸਫਲਾ ਕਰ ਰਹੇ ਹੋ। ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤਮਈ ਗੁਰਬਾਣੀ ਸੋਧਾ ਰਹਿਰਾਸ ਸਾਹਿਬ ਦੇ ਪਾਠ ਸਰਵਣ ਕੀਤੇ ਨੇ। ਹੁਣ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਅਕਾਲ ਪੁਰਖ ਪਰਮੇਸ਼ਰ ਜੀ ਆਪ ਆ ਕੇ ਸੇਵਾ ਕਰ ਰਹੇ ਸਨ, ਜਿਨ੍ਹਾਂ ਦੇ ਦਰਸ਼ਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ। ਇਹ ਪਵਿੱਤਰ ਸ਼ਬਦ ਉੱਥੇ ਉਚਾਰਨ ਕੀਤਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿਸ ਵੇਲੇ ਇਹ ਸ਼ਬਦ ਸੰਪੂਰਨ ਹੋਇਆ, ਚਾਰ ਪਦੇ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਤੇ ਗੁਰੂ ਅਰਜਨ ਦੇਵ ਜੀ ਬੜੇ ਪਿਆਰ ਨਾਲ ਗਲਵਕੜੀ ਪਾ ਕੇ ਮਿਲੇ ਹਨ, ਇੱਕ ਰੂਪ ਹੋ ਗਏ ਹਨ। ਉਸ ਵੇਲੇ ਦਾ ਜੋ ਨਕਸ਼ਾ ਹੈ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬਣ ਰਹੇ ਨੇ। ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਸਨਮੁਖ ਹੋਏ ਕਰ ਖਰੇ। ਇਸ ਪ੍ਰਕਾਰ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਤੇ ਗੁਰੂ ਅਰਜਨ ਦੇਵ ਜੀ ਇੱਕ ਦੂਜੇ ਦੇ ਸਨਮੁਖ ਹੋ ਕੇ ਇੱਕ ਦੂਸਰੇ ਦੇ ਦਰਸ਼ਨ ਕਰ ਰਹੇ ਨੇ। ਵੈਸੇ ਤਾਂ ਦੂਸਰਾ ਸ਼ਬਦ ਤਾਂ ਕਹਿਣ ਮਾਤਰ ਹੀ ਹੈ, ਵਾਸਤਵ ਵਿੱਚ ਤਾਂ ਇੱਕੋ ਹੀ ਜੋਤ ਹੈ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਮਾਇਆ ਦਾ ਪਸਾਰਾ ਸਾਧ ਸੰਗਤ ਜੀ ਦਵੈਤ ਨਾਲ ਚੱਲਦਾ ਹੈ। ਕਹਿਣਾ ਔਰ ਸੁਣਨਾ ਇਹ ਵੀ ਦਵੈਤ ਨਾਲ ਹੀ ਹੁੰਦਾ ਹੈ। ਜਿੱਥੇ ਇੱਕ ਰੂਪ ਹੋ ਜਾਂਦੀ ਹੈ ਆਤਮਾ, ਉੱਥੇ ਨਾ ਕੋਈ ਕਹਿਣ ਵਾਲਾ ਨਾ ਕੋਈ ਸੁਣਨ ਵਾਲਾ ਕੋਈ ਰਹਿੰਦਾ ਨਹੀਂ ਹੈ। ਇਸ ਕਰਕੇ ਵਿਹਾਰ ਵਿੱਚ ਸਾਨੂੰ ਮੈਂ ਔਰ ਤੂੰ, ਆਪਣਾ ਬਗਾਨਾ, ਵੱਡਾ ਛੋਟਾ, ਕਾਲਾ ਗੋਰਾ, ਇਸ ਤਰ੍ਹਾਂ ਦੋ ਦੋ ਨਾਂ ਲੈਣੇ ਪੈਂਦੇ ਹਨ। ਗੁਰੂ ਔਰ ਪਰਮੇਸ਼ਰ ਦੋ ਕਰਕੇ ਜਾਣਨੇ ਪੈਂਦੇ, ਪਰ ਜਦੋਂ ਆਤਮ ਸਰੂਪ ਵਿੱਚ ਵੇਖੀਏ ਤਾਂ ਇੱਕੋ ਹੀ ਹੈ। ਤਾਂ ਉਹ ਸਾਡੇ ਭਰਮ ਕਰਕੇ, ਸਾਡੀ ਬੋਲੀ ਕਰਕੇ ਦੋ ਲੱਗਦੇ ਹਨ। ਪਰਮੇਸ਼ਰ ਹੋਰ ਦਿਸਦਾ ਹੈ, ਗੁਰੂ ਸਾਨੂੰ ਹੋਰ ਦਿਸਦਾ ਹੈ। ਤੋ ਕਵੀ ਜੀ ਕਹਿੰਦੇ ਹਨ, ਇਮ ਸਨਮੁਖ ਹੋਏ ਕਰ ਖਰੇ, ਗਾਈ ਸਿਫਤ ਸੁਨਾਏ। ਮਹਾਰਾਜ ਪੰਜਵੇਂ ਪਾਤਸ਼ਾਹ ਅਕਾਲ ਪੁਰਖ ਜੀ ਦੇ ਸਾਹਮਣੇ ਅਕਾਲ ਪੁਰਖ ਦੀ ਸਿਫਤ ਗਾ ਰਹੇ ਨੇ, ਕੀਰਤਨ ਕਰ ਰਹੇ ਨੇ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹਾਂਜੀ, ਵਧਿਓ ਪ੍ਰੇਮ ਦਉ ਦਿਸ਼ਨ। ਦੋਵਾਂ ਪਾਸਿਆਂ ਤੋਂ ਬਹੁਤ ਜ਼ਿਆਦਾ ਪ੍ਰੇਮ ਵਧਿਆ ਹੈ। ਮਹਾਰਾਜ ਅਕਾਲ ਪੁਰਖ ਜੀ ਵੀ ਬੜੇ ਪ੍ਰਸੰਨ ਚਿੱਤ ਖੜੇ ਹਨ। ਗੁਰੂ ਅਰਜਨ ਦੇਵ ਜੀ ਵੀ ਬੜੇ ਭਗਤੀ ਰਸ ਵਿੱਚ ਭਿੱਜ ਕੇ ਉਹਨਾਂ ਦੀ ਉਸਤਤ ਕਰ ਰਹੇ ਹਨ। ਜਲ ਆਨੰਦ ਚਖ ਆਏ। ਮਹਾਰਾਜ ਗੁਰੂ ਅਰਜਨ ਦੇਵ ਜੀ ਅਤੇ ਅਕਾਲ ਪੁਰਖ ਜੀ ਦੀਆਂ ਅੱਖਾਂ ਵਿੱਚ ਆਨੰਦ ਦੇ ਅਥਰੂ ਆ ਗਏ ਨੇ, ਖੁਸ਼ੀ ਦੇ ਹੰਝੂ ਆ ਗਏ ਨੇ, ਅੱਖਾਂ ਵਿੱਚ ਪਿਆਰ ਦਾ ਜਲ ਛਾ ਗਿਆ ਹੈ। ਚੌਪਈ ਸ੍ਰੀ ਅਰਜਨ ਅਰਜਨ ਕਰਨੀ ਕੇ। ਸ੍ਰੀ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਜ਼ਾਂ ਬੇਨਤੀਆਂ ਭਲੀ ਪ੍ਰਕਾਰ ਕਰਕੇ ਅਰਜਨ ਕੀਰਤ ਗੁਣ ਪ੍ਰਭ ਹੀ ਕੇ। ਪਰਮੇਸ਼ਰ ਦੀ ਸੋਹਣੀ ਨਿਰਮਲ ਉਜਲੀ ਕੀਰਤੀ ਗਾਈ ਹੈ। ਅਰਜਨ ਸ਼ਬਦ ਦੇ ਕਿੰਨੇ ਅਰਥ ਹਨ ਸਾਧ ਸੰਗਤ ਜੀ, ਇੱਥੇ ਭਾਈ ਸਾਹਿਬ ਜੀ ਦੱਸ ਰਹੇ ਹਨ। ਸ੍ਰੀ ਅਰਜਨ ਗੁਰੂ ਅਰਜਨ ਦੇਵ ਜੀ ਵਾਸਤੇ ਹੈ।
ਅਰਜਨ ਕਰਨੀ ਕੇ ਅਰਜਾਂ ਬੇਨਤੀਆਂ ਜੋਦੜੀਆਂ ਕੀਤੀਆਂ ਹਨ। ਅਰਜਨ ਕੀਰਤ, ਅਰਜਨ ਕੀਰਤ ਯਾਨੀ ਨਿਰਮਲ ਉਜਲੀ ਚਿੱਟੀ ਦੁੱਧ ਵਰਗੀ ਕੀਰਤੀ ਪਰਮੇਸ਼ਰ ਦੀ। ਅਰਜਨ ਦਾ ਅਰਥ ਨਿਰਮਲ ਵੀ ਹੁੰਦਾ ਹੈ, ਅਰਜਨ ਦਾ ਅਰਥ ਵਿਸਥਾਰ ਵਾਲਾ ਵੀ ਹੁੰਦਾ ਹੈ, ਅਰਜਨ ਦਾ ਅਰਥ ਬੇਨਤੀਆਂ ਵੀ ਹੁੰਦਾ ਹੈ, ਅਰਜਨ ਦਾ ਅਰਥ ਇੱਕ ਬਿਰਸ਼ ਵੀ ਹੁੰਦਾ ਹੈ ਜਿਹੜਾ ਸਾਧ ਸੰਗਤ ਜੀ ਬੜੀਆਂ ਦਵਾਈਆਂ ਵਿੱਚ ਕੰਮ ਆਉਂਦਾ ਹੈ। ਤੋ ਕਵੀ ਜੀ ਨੇ ਇੱਥੇ ਅਰਜਨ ਸ਼ਬਦ ਦੇ ਕਈ ਰੂਪ ਦਿਖਾ ਦਿੱਤੇ ਹਨ। ਯਮਕ ਅਲੰਕਾਰ ਹੈ। ਹਾਂਜੀ, ਨਿਕਟ ਹੋਏ ਕਰ ਦੋਨੋਂ ਹਾਥ। ਮਹਾਰਾਜ ਅਕਾਲ ਪੁਰਖ ਜੀ ਗੁਰੂ ਅਰਜਨ ਦੇਵ ਜੀ ਅੱਗੇ ਵਧੇ ਹਨ ਤੇ ਆਪਣੇ ਦੋਵੇਂ ਹੱਥ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਤੇ ਲਾ ਦਿੱਤੇ ਹਨ। ਹਾਂਜੀ, ਪਰਸੇ ਪਦ ਅਰਬਿੰਦਨ ਸਾਥ। ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਗਹਿ ਤ੍ਰਿਲੋਕ ਪਦ ਅੰਕ ਭਰੇ ਹੈ। ਤੇ ਪਰਮੇਸ਼ਰ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਦੋਵੇਂ ਹੱਥ ਫੜ ਲਏ ਹਨ ਤੇ ਘੁੱਟ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਿਆ, ਜੱਫੀ ਪਾ ਲਈ ਹੈ। ਪਰਮ ਪ੍ਰੇਮ ਨੇ ਬਿਸੁੱਧ ਕਰੇ ਹੈ। ਆਹ ਪ੍ਰੇਮ ਦੀ ਉਹ ਦਸ਼ਾ ਬਣ ਗਈ ਹੈ ਕਿ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ। ਅਕਾਲ ਪੁਰਖ ਦੇ ਸਰੂਪ ਦੇ ਦਰਸ਼ਨ ਕਰਦਿਆਂ ਆਪਾ ਭਾਵ ਵਿਸਰ ਗਿਆ ਹੈ ਤੇ ਇੱਕ ਰੂਪ ਹੋ ਗਏ ਹਨ ਅਕਾਲ ਪੁਰਖ ਤੇ ਗੁਰੂ ਅਰਜਨ ਦੇਵ ਜੀ। ਸ਼ੋਭਤ ਬਦਨ ਚੰਦ ਮਾਨਿੰਦ। ਬੜਾ ਸੁੰਦਰ ਸੋਹਣਾ ਮੁਖੜਾ ਚੰਦਰਮਾ ਦੀ ਤਰ੍ਹਾਂ ਚਮਕ ਰਿਹਾ ਹੈ। ਬਾਕ ਸੁਦਾ ਬੋਲੇ ਸੁਖ ਕੰਦ। ਅੰਮ੍ਰਿਤਮਈ ਬਚਨ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਗੁਰੂ ਅਰਜਨ ਦੇਵ ਜੀ ਨੂੰ ਬੋਲੇ ਹਨ। ਜਗਤ ਭਗਤ ਮਗ ਸ਼ੁਭ ਵਿਸਤਾਰਾ। हे ਗੁਰੂ ਅਰਜਨ ਦੇਵ ਜੀ, ਤੁਸੀਂ ਇਸ ਦੁਨੀਆ ਦਾ ਬੜਾ ਭਲਾ ਕਰ ਰਹੇ ਹੋ, ਇਸ ਦੁਨੀਆ ਦੇ ਵਿੱਚ ਭਗਤੀ ਦਾ ਸ਼ੁਭ ਮਾਰਗ ਵਿਸਥਾਰ ਰਹੇ ਹੋ। ਸਰਗੋ ਰਚਿਓ ਪਰਮ ਉਪਕਾਰਾ। ਇਹ ਜਿਹੜਾ ਸਰੋਵਰ ਰਚਿਆ ਹੈ ਇਹ ਬੜਾ ਪਰਉਪਕਾਰ ਕੀਤਾ ਹੈ, ਇਹਦਾ ਬਹੁਤ ਦੁਨੀਆ ਨੂੰ ਸੰਸਾਰ ਭਰ ਨੂੰ ਫਾਇਦਾ ਹੋਣਾ ਹੈ। ਇਹ ਤੁਸੀਂ ਬਹੁਤ ਵੱਡਾ ਉਪਕਾਰ ਕਰ ਰਹੇ ਹੋ। ਬੇਅੰਤ ਪਾਪੀ ਜੀਵਾਂ ਦੇ ਬੇੜੇ ਬੰਨੇ ਲੱਗਣੇ ਹਨ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ। ਜਿਸ ਤੇ ਸਿੱਖੀ ਥਿਰ ਹੈ ਸਦੀਵਾ। ਇਹ ਸਰੋਵਰ ਸਿੱਖੀ ਦੀ ਨੀਂਹ ਹੈ। ਜਿੰਨਾ ਚਿਰ ਸਰੋਵਰ ਸੰਸਾਰ 'ਚ ਰਹੇਗਾ ਉਹਨਾਂ ਚਿਰ ਸੰਸਾਰ 'ਚ ਸਿੱਖੀ ਵੀ ਰਹੇਗੀ। ਸਾਧ ਸੰਗਤ ਜੀ, ਇਸੇ ਕਰਕੇ ਸਿੱਖੀ ਦੇ ਦੁਸ਼ਮਣ ਜਿਹੜੇ ਹਨ ਉਹ ਹਮੇਸ਼ਾ ਅੰਮ੍ਰਿਤ ਸਰੋਵਰ ਤੇ ਅਟੈਕ ਕਰਦੇ ਰਹੇ ਹਨ। ਅਹਿਮਦ ਸ਼ਾਹ ਅਬਦਾਲੀ ਨੇ ਅਟੈਕ ਕੀਤੇ ਅੰਮ੍ਰਿਤਸਰ ਤੇ, ਜ਼ਕਰੀਆ ਖਾਨ ਨੇ ਅਟੈਕ ਕੀਤੇ, ਮੱਸੇ ਰੰਗੜ ਨੇ ਅਟੈਕ ਕੀਤੇ, ਕਾਜ਼ੀ ਅਬਦੁਲ ਰਜ਼ਾਕ ਨੇ ਅਟੈਕ ਕੀਤੇ, ਜਾਨ ਖਾਨ ਨੇ ਅਟੈਕ ਕੀਤੇ, ਅੰਗਰੇਜ਼ਾਂ ਨੇ ਅਟੈਕ ਕੀਤੇ ਤੇ ਇੰਦਰਾ ਗਾਂਧੀ ਨੇ ਅਟੈਕ ਕੀਤੇ। ਸਾਰਿਆਂ ਨੇ ਹਰਿਮੰਦਰ ਸਾਹਿਬ ਤੇ ਕੀਤੇ। ਕਿਉਂ? ਹਰਿਮੰਦਰ ਸਾਹਿਬ ਜਿਹੜਾ ਸਿੱਖੀ ਦਾ ਨੀਂਹ ਹੈ, ਉਹ ਚਾਹੁੰਦੇ ਵੀ ਇਹਨੂੰ ਖਤਮ ਕਰ ਦਈਏ ਤੇ ਸਿੱਖੀ ਖਤਮ ਹੋ ਜਾਏ। ਅੱਜ ਕੱਲ੍ਹ ਸਾਡੇ ਵਿੱਚ ਹੀ ਕਈ ਇਹੋ ਜਿਹੇ ਹਨ ਜਿਹੜੇ ਅਟੈਕ ਕਰਦੇ ਹਨ, ਪਰ ਖਾਲਸਾ ਜੀ ਅਟੈਕ ਸ੍ਰੀ ਹਰਿਮੰਦਰ ਸਾਹਿਬ ਤੇ ਕਰਨ ਵਾਲੇ ਦੀ ਆਪਣੀ ਨੀਂਹ ਪੁੱਟੀ ਜਾਂਦੀ ਹੈ। ਹਰਿਮੰਦਰ ਸਾਹਿਬ ਉੱਦਾਂ ਹੀ ਰਹਿੰਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਦਰਬਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਣਾ ਰਹੇ ਨੇ ਤੇ ਅਕਾਲ ਪੁਰਖ ਜੀ ਕਹਿ ਰਹੇ ਨੇ ਕਿ ਤੁਸੀਂ ਜੋ ਸਰੋਵਰ ਬਣਾ ਰਹੇ ਹੋ ਇਹ ਸਿੱਖੀ ਦੀ ਨੀਂਹ ਪੱਕੀ ਕਰੇਗਾ। ਜਿੰਨਾ ਚਿਰ ਸੰਸਾਰ ਵਿੱਚ ਇਹ ਸਰੋਵਰ ਰਹੇਗਾ ਸਿੱਖੀ ਕਾਇਮ ਰਹੇਗੀ। ਹਾਂਜੀ, ਗਾਏ ਕੀਰਤਨ ਕਰ ਮਨ ਨੀਵਾ। ਇੱਥੇ ਪ੍ਰਮਾਤਮਾ ਦੀ ਸਿਫਤ ਅੱਠੇ ਪੈਰ ਹੋਵੇਗੀ, ਕੀਰਤਨ ਹੋਇਆ ਕਰੇਗਾ। ਜਿਹੜਾ ਆ ਕੇ ਕੀਰਤਨ ਸੁਣੇਗਾ ਉਹਦਾ ਮਨ ਨੀਵਾ ਹੋਵੇਗਾ। ਸਾਧ ਸੰਗਤ ਜੀ, ਪ੍ਰਮਾਤਮਾ ਦੀ ਸੋਝੀ ਉਹਨਾਂ ਚਿਰ ਨਹੀਂ ਹੁੰਦੀ ਜਿੰਨਾ ਚਿਰ ਬੰਦੇ ਦਾ ਮਨ ਨੀਵਾ ਨਾ ਹੋਵੇ। ਜਿਹਦਾ ਮਨ ਨੀਵਾ ਹੈ ਉਹਦੀ ਮਤ ਉੱਚੀ ਹੋ ਜਾਂਦੀ ਹੈ, ਉਹਦੇ ਅੰਦਰ ਪਰਮੇਸ਼ਰ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹਦੇ ਅੰਦਰ ਸ਼ਾਂਤੀ ਸੁਖ ਆਨੰਦ ਟਿਕਾ ਤੇ ਖੇੜਾ ਆ ਜਾਂਦਾ ਹੈ। ਉਹ ਸਦਾ ਹੀ ਅਮਰ ਹੋ ਜਾਂਦਾ ਹੈ, ਉਹਨੂੰ ਫਿਰ ਕੋਈ ਮਾਰ ਨਹੀਂ ਸਕਦਾ। ਗਾਏ ਕੀਰਤਨ ਕਰ ਮਨ ਨੀਵਾ। ਮਹਾਰਾਜ ਸਾਹਿਬ ਜੀ ਅਕਾਲ ਪੁਰਖ ਜੀ ਕਹਿੰਦੇ ਹਨ ਕਿ ਜਿਹੜੇ ਇੱਥੇ ਆ ਕੇ ਕੀਰਤਨ ਕਰਨਗੇ ਉਹਨਾਂ ਦਾ ਮਨ ਨੀਵਾ ਹੋਵੇਗਾ। ਹਾਂਜੀ,
ਸਰ ਅੰਦਰ ਅਬ ਸ਼੍ਰੀ ਹਰਿ ਮੰਦਰ। ਹੁਣ ਤੁਸੀਂ ਇਸ ਤਰ੍ਹਾਂ ਕਰੋ, ਇਸ ਸਰੋਵਰ ਦੇ ਐਨ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰੋ। ਸਿਰ ਜਹ ਜਿਸ ਕੀ ਰਚਨਾ ਸੁੰਦਰ। ਐਸਾ ਸੋਹਣਾ ਹਰਿਮੰਦਰ ਬਣਾਓ ਜਿਹਦੀ ਰਚਨਾ ਬਹੁਤ ਹੀ ਸੁੰਦਰ ਹੋਵੇ, ਜਿਹੜਾ ਵੀ ਦੇਖੇ ਉਹ ਅਸ਼ ਅਸ਼ ਕਰ ਉੱਠੇ, ਉਹਦੇ ਮਨ ਵਿੱਚ ਪਿਆਰ, ਸ਼ਰਧਾ, ਭਗਤੀ ਦਾ ਬੀਜ ਬੀਜਿਆ ਜਾਵੇ। ਹਰਿਮੰਦਰ ਸਾਹਿਬ ਦੀ ਰਚਨਾ ਇਸ ਤਰੀਕੇ ਨਾਲ ਕੀਤੀ ਹੋਈ ਹੈ ਵੀ ਦਰਸ਼ਨ ਕਰਨ ਵਾਲੇ ਦਾ ਮਨ ਆਪੇ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦਾ, ਆਪੇ ਹੀ ਮੂੰਹ ਤੋਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਨਿਕਲਦਾ ਹੈ। ਹਾਂਜੀ, ਜਰਹਿ ਜਵਾਹਰ ਜ਼ੇਬ ਬਿਲੰਦ। ਇਹੋ ਜਿਹਾ ਮੰਦਰ ਸਾਡਾ ਬਣਾਓ, ਇੱਥੇ ਹਰੀ ਮੰਦਰ ਬਣਾਓ ਜਿਹਦੇ ਅੰਦਰ ਬੜੇ ਹੀਰੇ ਮੋਤੀ ਸੋਨੇ ਜੜੇ ਹੋਣਗੇ, ਜਿਹਦੀ ਜੇਬ ਸੋਭਾ ਆਕਿਰਤੀ ਦੁਨੀਆ ਤੋਂ ਨਿਆਰੀ ਹੋਵੇਗੀ। ਹਾਂਜੀ, ਸ਼ੋਭ ਹੈ ਬਹੁ ਜਿਸ ਪੂਰਨ ਚੰਦ। ਇਹਦੀ ਬੜੀ ਸੋਭਾ ਹੋਵੇਗੀ ਜਿਵੇਂ ਪੂਰਨਮਾਸੀ ਦਾ ਚੰਦਰਮਾ ਚਮਕਦਾ ਹੈ। ਹਾਂਜੀ, ਚਹੁ ਦਿਸ਼ ਕੋ ਚਹੁ ਦਰ ਸਿਰ ਜਾਵਹੁ। ਔਰ ਹਰਿਮੰਦਰ ਦੇ 4 ਦਰਵਾਜ਼ੇ ਚਾਰੇ ਪਾਸਿਆਂ ਖੁੱਲ੍ਹਦੇ ਹੋਣ, ਪੱਛਮ ਉੱਤਰ ਦੱਖਣ ਪੂਰਬ ਪੱਛਮ 4 ਦਰਵਾਜ਼ੇ ਹੋਣ। ਜਿੱਧਰੋਂ ਮਰਜ਼ੀ ਕੋਈ ਆਵੇ, ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨੀ ਬੋਧੀ ਪਾਰਸੀ ਯਹੂਦੀ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਕਿਸੇ ਕੌਮ ਦਾ ਹੋਵੇ, ਕਿਸੇ ਜਾਤੀ ਦਾ, ਕਿਸੇ ਦੇਸ਼ ਦਾ, ਸਾਰੀ ਇਨਸਾਨੀਅਤ ਵਾਸਤੇ ਬੂਹੇ ਖੁੱਲੇ ਹੋਣ, ਐਸਾ ਹਰਿਮੰਦਰ ਬਣਾਓ। ਹਾਂਜੀ, ਰੁਚਿਰ ਬੰਗਲਾ ਉਰਦ ਕਰਾਵਹੁ। ਉੱਪਰ ਗੁੰਬਜ ਸੋਹਣਾ ਬੰਗਲਾ ਤਿਆਰ ਕਰੋ। ਪਸ਼ਚਮ ਦਿਸ਼ ਕੋ ਸੇਤ ਰਚਾਵਹੁ। ਅਕਾਲ ਪੁਰਖ ਦੀ ਨਕਸ਼ਾ ਦੱਸ ਰਹੇ ਗੁਰੂ ਅਰਜਨ ਦੇਵ ਜੀ ਨੂੰ, ਏਦਾਂ ਦਾ ਹਰਿਮੰਦਰ ਬਣਾਉਣਾ ਹੈ। ਉੱਪਰ ਬੰਗਲਾ ਹੋਵੇ ਤੇ ਪੱਛਮ ਵਾਲੇ ਪਾਸੇ ਬੜਾ ਸੋਹਣਾ ਪੁਲ ਬਣੇ, ਤੀਰਥ ਤੀਰ ਪੌਰ ਬਨਵਾਵਹੁ। ਔਰ ਪੌੜੀਆਂ ਵੀ ਬਣਾਓ ਇਸ਼ਨਾਨ ਕਰਨ ਵਾਸਤੇ, ਸੰਗਤਾਂ ਦੇ ਆਲੇ ਦੁਆਲੇ ਸਰੋਵਰ ਦੇ ਚਾਰੇ ਪਾਸਿਓਂ ਕਿਤੋਂ ਵੀ ਕੋਈ ਇਸ਼ਨਾਨ ਕਰ ਸਕੇ। ਹਾਂਜੀ, ਸ਼੍ਰੀ ਅਰਜਨ ਕੀ ਪਕੜੇ ਬਾਹੂ। ਸ੍ਰੀ ਅਕਾਲ ਪੁਰਖ ਜੀ ਗੁਰੂ ਅਰਜਨ ਦੇਵ ਜੀ ਦੀ ਬਾਂਹ ਫੜੀ ਹੋਈ ਹੈ ਤੇ ਨਾਲ ਨਾਲ ਲਈ ਫਿਰਦੇ ਆ ਸਰੋਵਰ ਦੇ ਵਿਚਕਾਰ। ਏਦਾਂ ਦਾ ਹਰਿਮੰਦਰ ਬਣੇ, ਏਦਾਂ ਦਾ ਪੁਲ ਬਣੇ, ਏਦਾਂ ਦਾ ਹਰਿਮੰਦਰ ਸਾਹਿਬ ਦਾ ਗੁੰਬਜ ਬਣੇ, ਏਦਾਂ ਦੀਆਂ ਪੌੜੀਆਂ ਹੋਣ, ਏਦਾਂ ਦੇ ਦਰਵਾਜ਼ੇ ਹੋਣ। ਸਾਰਾ ਨਕਸ਼ਾ ਅਕਾਲ ਪੁਰਖ ਜੀ ਆਪ ਸਮਝਾ ਰਹੇ ਨੇ ਗੁਰੂ ਅਰਜਨ ਦੇਵ ਜੀ ਨੂੰ। ਹਾਂਜੀ, ਬਿਉਂਤ ਬਤਾਵਤ ਸਭ ਜਗ ਨਾਹੂ। ਸਾਰੇ ਜਗਤ ਦਾ ਮਾਲਕ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਅਕਾਲ ਪੁਰਖ ਵਾਹਿਗੁਰੂ ਖੁਦ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਕਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਝਾ ਰਿਹਾ ਹੈ। ਹਾਂਜੀ, ਇਹੋ ਮੇਰੋ ਮੰਦਰ ਬਰ ਹੋਏ। ਤੇ ਗੁਰੂ ਅਰਜਨ ਦੇਵ ਜੀ ਨੂੰ ਅਕਾਲ ਪੁਰਖ ਜੀ ਕਹਿ ਰਹੇ ਨੇ ਕਿ ਇਹ ਮੇਰਾ ਮੰਦਰ ਹੋਵੇਗਾ, ਹਰੀ ਮੰਦਰ ਹੋਵੇਗਾ। ਇੱਥੇ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਹੋਵੇਗੀ, ਇੱਥੇ ਸਿਰਫ ਤੇ ਸਿਰਫ ਮੇਰੀ ਭਗਤੀ ਹੋਵੇਗੀ। ਹਾਂਜੀ, ਜਿਸ ਕੀ ਸਮਤਾ ਕਰ ਹੈ ਨ ਕੋਏ। ਸੰਸਾਰ ਦਾ ਕੋਈ ਵੀ ਮੰਦਰ ਇਸ ਮੰਦਰ ਦੀ ਬਰਾਬਰੀ ਨਹੀਂ ਕਰ ਸਕੇਗਾ। ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ। ਸਾਧ ਸੰਗਤ ਜੀ, ਸੰਸਾਰ ਜਿੰਨੇ ਵੀ ਧਰਮ ਸਥਾਨ ਨੇ, ਭਾਵੇਂ ਉਹ ਈਸਾਈਆਂ ਦਾ ਯਰੂਸ਼ਲਮ ਹੈ, ਮੁਸਲਮਾਨਾਂ ਦਾ ਮੱਕਾ ਕਾਬਾ ਹੈ, ਹਿੰਦੂਆਂ ਦੇ 4 ਧਾਮ ਹਨ, ਸਾਰੇ ਸਤਿਕਾਰਯੋਗ ਹਨ, ਰੱਬ ਦੇ ਘਰ ਹਨ। ਉੱਥੇ ਪ੍ਰਮਾਤਮਾ ਦੀ ਭਗਤੀ ਬੰਦਗੀ ਹੁੰਦੀ ਹੈ, ਪਰ ਜਿੰਨੀ ਵਡਿਆਈ ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਾਪਤ ਹੋਈ ਇੰਨੀ ਹੋਰ ਕਿਸੇ ਨੂੰ ਹੋਈ ਨਹੀਂ ਹੈ। ਕਈ ਸਥਾਨ ਐਸੇ ਨੇ ਜਿੱਥੇ ਮੁਸਲਮਾਨ ਜਾ ਸਕਦੇ ਨੇ, ਹਿੰਦੂ ਨਹੀਂ ਜਾ ਸਕਦੇ। ਕਈ ਐਸੇ ਨੇ ਜਿੱਥੇ ਹਿੰਦੂ ਜਾ ਸਕਦੇ ਨੇ, ਮੁਸਲਮਾਨ ਨਹੀਂ ਜਾ ਸਕਦੇ। ਕਈ ਸਥਾਨ ਐਸੇ ਨੇ ਜਿੱਥੇ ਈਸਾਈ ਜਾ ਸਕਦੇ ਨੇ, ਦੂਸਰੇ ਨਹੀਂ ਜਾ ਸਕਦੇ। ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਐਸਾ ਹਰਿਮੰਦਰ ਬਣਾਓ ਜਿੱਥੇ ਹਰ ਇਨਸਾਨ ਆ ਸਕਦਾ ਹੋਵੇ, ਹਰ ਧਰਮ ਦਾ, ਹਰ ਜਾਤੀ ਦਾ, ਹਰ ਤਰ੍ਹਾਂ ਦਾ, ਗਰੀਬ ਵੀ ਆ ਸਕਦਾ, ਬਾਦਸ਼ਾਹ ਵੀ ਆ ਸਕਦਾ, ਜਿੱਥੇ ਸਾਰਿਆਂ ਦੇ ਲਈ ਬੂਹੇ ਖੁੱਲੇ ਹੋਣਗੇ। ਐਸਾ ਹਰਿਮੰਦਰ ਬਣਾਓ, ਅਕਾਲ ਪੁਰਖ ਜੀ ਹੁਕਮ ਦੇ ਰਹੇ। ਹਾਂਜੀ, ਤੀਨ ਲੋਕ ਮਹਿ ਹੋਏ ਨ ਜੈਸੋ। ਤਿੰਨਾਂ ਲੋਕਾਂ ਵਿੱਚ ਜਿਹਦੇ ਵਰਗਾ ਕੋਈ ਸਥਾਨ ਨਹੀਂ ਹੋਵੇਗਾ, ਕੋਈ ਮੰਦਰ ਨਹੀਂ ਹੋਵੇਗਾ, ਐਸਾ ਹਰੀ ਮੰਦਰ ਹੋਵੇਗਾ। ਭਜਨ ਪ੍ਰਤਾਪ ਬਨ ਹੈ ਨਿਤ ਐਸੋ। ਔਰ ਉਹਦੇ 'ਚ ਪਰਮੇਸ਼ਰ ਦਾ ਭਜਨ ਹੋਵੇਗਾ, ਸਿਮਰਨ ਹੋਵੇਗਾ, 8 ਪਹਿਰ ਕੀਰਤਨ ਹੋਵੇਗਾ,
ਕਿ ਭਜਨ ਕੀਰਤਨ ਦੇ ਪ੍ਰਤਾਪ ਨਾਲ ਉਹਦੀ ਮਹਿਮਾ ਹੋਰ ਵੱਧਦੀ ਜਾਏਗੀ। ਹਾਂਜੀ। ਨਰਕ ਨਿਵਾਰਣ ਕਾਰਨ ਮੋਖ। ਮਹਾਰਾਜ ਅਕਾਲ ਪੁਰਖ ਜੀ ਕਹਿੰਦੇ ਆ ਜੀਵਾਂ ਨੂੰ ਮੁਕਤੀ ਦੇਣ ਵਾਸਤੇ, ਲੋਕਾਂ ਨੂੰ ਨਰਕਾਂ ਤੋਂ ਬਚਾਉਣ ਵਾਸਤੇ ਮੇਰੋ ਸਿਮਰਨ ਹੋਏ ਨਿਰਦੋਖ। ਇੱਥੇ ਸਿਮਰਨ ਹੋਵੇਗਾ, ਪਰਮੇਸ਼ਰ ਦਾ ਭਜਨ ਹੋਵੇਗਾ। ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਦੇ ਵਿੱਚ 1 ਮਿੰਟ ਵੀ ਭਜਨ ਬੰਦ ਨਹੀਂ ਹੁੰਦਾ, 1 ਸਕਿੰਟ ਵੀ। ਸਵੇਰੇ 2:30 ਵਜੇ ਤ੍ਰਿਪਹਿਰੇ ਦੀ ਚੌਂਕੀ ਦਾ ਕੀਰਤਨ ਸ਼ੁਰੂ ਹੁੰਦਾ, 3:45 ਵਜੇ ਆਸਾ ਦਾ ਕੀਰਤਨ ਸ਼ੁਰੂ ਹੁੰਦਾ, ਫਿਰ ਸਾਰਾ ਦਿਨ ਕੀਰਤਨ ਹੁੰਦਾ ਹੈ। ਸ਼ਾਮ ਨੂੰ ਰਹਿ ਰਾਸਤੇ ਪਾਠ ਤੋਂ ਬਾਅਦ ਫਿਰ ਆਰਤੀ ਦੀ ਚੌਂਕੀ ਹੁੰਦੀ ਹੈ। ਫਿਰ ਸਾਧ ਸੰਗਤ ਜੀ ਸਮਾਪਤੀ ਕੀਰਤਨ ਸੋਹਲੇ ਤੱਕ 10 ਵਜੇ ਤੱਕ ਕੀਰਤਨ ਹੀ ਹੁੰਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਥੱਲੇ ਸੁਖਾਸਨ ਹੋ ਜਾਂਦਾ, ਉਸ ਵੇਲੇ ਵੀ ਉੱਪਰ ਅਖੰਡ ਪਾਠ ਚੱਲ ਰਿਹਾ ਹੁੰਦਾ ਹੈ, ਤੇ ਨਾਲ ਨਾਲ ਸਿੰਘ ਜਿਹੜੇ ਫਿਰ ਸੇਵਾ ਕਰਦੇ ਨੇ ਉਹ ਸੁਖਮਨੀ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ ਕਰੀ ਜਾਂਦੇ ਨੇ, ਤੇ ਇਸ਼ਨਾਨ ਦੀ ਸੇਵਾ ਹੁੰਦੀ ਹੈ। ਫਿਰ ਵਿਛਾਈ ਹੁੰਦੀ ਹੈ, 2:30 ਵਜੇ ਫਿਰ ਕੀਰਤਨ ਸ਼ੁਰੂ ਹੋ ਜਾਂਦਾ। 1 ਸਕਿੰਟ ਅੱਖ ਦੇ ਫਰਕਣ ਜਿੰਨਾ ਟਾਈਮ ਵੀ ਹਰਿਮੰਦਰ ਸਾਹਿਬ 'ਚ ਕਦੀ ਵੀ ਭਜਨ ਕੀਰਤਨ ਬੰਦ ਨਹੀਂ ਹੋਇਆ। 1984 'ਚ ਕਿੱਡਾ ਵੱਡਾ ਅਟੈਕ ਹੋਇਆ, ਉਦੋਂ ਵੀ ਹਰਿਮੰਦਰ ਸਾਹਿਬ ਦੇ ਅੰਦਰ ਦੀ ਮਰਿਆਦਾ ਨਹੀਂ ਬੰਦ ਹੋਈ, ਭਾਵੇਂ ਔਖਿਆਈ ਤਾਂ ਹੋਈ। ਗਿਆਨੀ ਪੂਰਨ ਸਿੰਘ ਜੀ ਸਿੰਘ ਸਾਹਿਬ ਨੇ ਦੱਸਿਆ ਹੀ ਹੈ, ਨੈਟ ਦੇ ਉੱਤੇ ਤੁਸੀਂ ਸੁਣੀ ਹੋਣੀ ਉਹਨਾਂ ਦੀ ਸਪੀਚ, ਵੀ ਕਿਵੇਂ ਗੋਲੀਆਂ ਵਰਦੀਆਂ ਦੇ ਵਿੱਚ ਵੀ ਕੀਰਤਨ ਆਸਾ ਦੀ ਵਾਰ ਦਾ ਵੀ ਹੁੰਦਾ ਰਿਹਾ, ਭਜਨ ਵੀ ਹੁੰਦਾ ਰਿਹਾ, ਤੇ ਮਹਾਰਾਜ ਦਾ ਸੁਖਾਸਨ ਭਾਵੇਂ ਅੰਦਰ ਹੀ ਕਰਨਾ ਪਿਆ ਪਰ ਮਰਿਆਦਾ ਬੰਦ ਨਹੀਂ ਹੋਈ। ਰਹਿ ਰਾਸ ਦਾ ਪਾਠ ਵੀ ਹੋਇਆ, ਤੇ ਗੋਲੀ ਚਲਦੀ ਦੇ ਵਿੱਚ ਹੀ ਮਹਾਰਾਜ ਦੇ ਸੁਖਾਸਨ ਪ੍ਰਕਾਸ਼ ਦੀ ਮਰਿਆਦਾ, ਖੰਡ ਪਾਠਾਂ ਦੀ ਮਰਿਆਦਾ ਚੱਲਦੀ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਇਹ ਵੱਡੀ ਵਡਿਆਈ ਹੈ ਕਿ ਉੱਥੇ ਪਰਮੇਸ਼ਰ ਦਾ ਭਜਨ 8 ਪੈਰ ਹੋਵੇਗਾ, ਅਕਾਲ ਪੁਰਖ ਜੀ ਕਹਿ ਰਹੇ ਹਨ। ਹਾਂਜੀ। ਜੇ ਨਰ ਸ਼ਰਧਾ ਧਰ ਉਰ ਪਰਮ। ਜਿਹੜੇ ਲੋਕ ਸ਼ਰਧਾ ਨਾਲ ਭਾਵਨਾ ਨਾਲ ਆਉਣਗੇ, ਗਾਏ ਕੀਰਤਨ ਹੋਏ ਨਿਸ਼ਭਰਮ। ਉਹ ਇੱਥੇ ਆ ਕੇ ਪਰਮੇਸ਼ਰ ਦਾ ਕੀਰਤਨ ਗਾਣਗੇ, ਨਾਮ ਜਪਣਗੇ, ਉਹਨਾਂ ਦੇ ਭਰਮ ਭੁਲੇਖੇ ਮਿਟ ਜਾਣਗੇ। ਕਿਉਂਕਿ ਪਰਮੇਸ਼ਰ ਦੀ ਸਿਫਤ ਜਿਹੜੀ ਹੈ ਉਹ ਮਨ ਦੇ ਭੁਲੇਖੇ ਭਰਮ ਮਿਟਾਉਂਦੀ ਹੈ, ਮਨ ਨੂੰ ਸ਼ਾਂਤੀ ਦਿੰਦੀ ਹੈ। ਭਰਮ ਵਰਗਾ ਦੁੱਖ ਕੋਈ ਨਹੀਂ ਸਾਧ ਸੰਗਤ ਜੀ। ਸਾਰੀ ਦੁਨੀਆ ਆਪਾਂ ਦੁਖੀ ਹਾਂ, ਇੱਕੋ ਹੀ ਕਾਰਨ ਹੈ, ਉਹ ਹੈ ਸਾਡੇ ਅੰਦਰ ਦਾ ਭਰਮ। ਜਿਹਦੇ ਅੰਦਰੋਂ ਭਰਮ ਮਿਟ ਗਿਆ, ਉਹਦੇ ਅੰਦਰੋਂ ਦੁੱਖ ਵੀ ਮਿਟ ਗਿਆ। ਹਾਂਜੀ। ਮੋਹਿ ਕੋ ਮਿਲ ਹੈ ਆਏ ਨਿਹ ਸੰਸੈ। ਇੱਥੇ ਆ ਕੇ ਬਾਣੀ ਪੜ੍ਹਨਗੇ, ਭਰਮ ਭੁਲੇਖੇ ਮਿਟਣਗੇ, ਨਾਮ ਜਪਣਗੇ। ਜਿਹੜੇ ਪ੍ਰੇਮ ਨਾਲ ਸ਼ਰਧਾ ਨਾਲ ਆਉਣਗੇ ਉਹ ਮੇਰੇ ਕੋਲ ਆਉਣਗੇ, ਸੱਚਖੰਡ ਵਿੱਚ ਆਉਣਗੇ, ਉਹਨਾਂ ਦੇ ਭਰਮ ਭੁਲੇਖੇ ਮਿਟ ਜਾਣਗੇ। ਹਾਂਜੀ। ਜਨਮ ਮਰਨ ਕੇ ਬੰਧ ਵਿਦਵੰਸੈ। ਜਨਮ ਮਰਨ ਦੇ ਜਿਹੜੇ ਬੰਧਨ ਹਨ, ਬਾਰ-ਬਾਰ ਜੰਮਣਾ, ਬਾਰ-ਬਾਰ ਮਰਨਾ, ਉਹ ਕੱਟਿਆ ਜਾਏਗਾ। ਇਤਿਆਦਿਕ ਸਭ ਬਿਉਂਤ ਬਤਾਏ। ਇਸ ਪ੍ਰਕਾਰ ਅਕਾਲ ਪੁਰਖ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੁਕਮ ਲਾਇਆ ਵੀ ਇਸ ਤਰ੍ਹਾਂ ਦਾ ਹਰਿਮੰਦਰ ਸਾਹਿਬ ਇੱਥੇ ਬਣਾਓ। ਹਾਂਜੀ। ਭਗਤ ਪ੍ਰਤਾਪ ਅਧਿਕ ਬਿਰਧਾਏ। ਔਰ ਪ੍ਰੇਮਾ ਭਗਤੀ ਜਿੱਥੇ ਹੁੰਦੀ ਰਵੇ, ਪਰਮੇਸ਼ਰ ਦਾ ਭਜਨ ਹੋਵੇ, ਇਹ ਮਹਾਰਾਜ ਨੇ ਹੁਕਮ ਲਾਇਆ। ਕੋਈ ਵੀ ਰਾਜਨੀਤੀ ਗੱਲ, ਕੋਈ ਵੀ ਸਿਆਸੀ ਗੱਲ ਸ੍ਰੀ ਹਰਿਮੰਦਰ ਸਾਹਿਬ 'ਚ ਨਹੀਂ ਹੁੰਦੀ। ਕੀਰਤਨ ਤੋਂ ਇਲਾਵਾ ਕੋਈ ਗੱਲ ਹੁੰਦੀ ਹੀ ਨਹੀਂ ਸਾਰਾ ਦਿਨ। ਇੱਥੋਂ ਤੱਕ ਵੀ ਕਥਾ ਵੀ ਜਿਹੜੀ ਹੈ ਉਹ ਮੰਜੀ ਸਾਹਿਬ ਦੀਵਾਨ ਹਾਲ 'ਚ ਹੁੰਦੀ ਹੈ। ਕਿਸੇ ਪੁਰਾਤਨ ਸਮੇਂ ਵਿੱਚ ਕਥਾ ਹੁੰਦੀ ਸੀ, ਭਾਈ ਮਨੀ ਸਿੰਘ ਜੀ ਕਰਦੇ ਸਨ, ਜਾਂ ਭਾਈ ਸੰਤ ਸਿੰਘ ਜੀ ਗਿਆਨੀ ਜੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਵੀ ਉਸਤਾਦ ਸਨ, ਭਾਈ ਸੰਤੋਖ ਸਿੰਘ ਜੀ ਕਵੀ ਜੀ ਦੇ ਵੀ ਉਸਤਾਦ ਸਨ। ਉਹ ਕਥਾ ਕਰਿਆ ਕਰਦੇ ਸਨ। ਬਾਅਦ ਵਿੱਚ ਮਰਜ਼ਾਦਾ ਇਹ ਬਣਾਈ ਕਿ ਉਸ ਪੱਧਰ ਦੇ ਉੱਚੇ ਵਿਦਵਾਨ ਗਿਆਨੀ ਨਹੀਂ ਮਿਲਦੇ, ਕੀਰਤਨ ਹੀ ਹੋਵੇ ਹਰਿਮੰਦਰ ਸਾਹਿਬ ਵਿੱਚ, ਬਾਹਰ ਕਥਾ ਹੋਵੇ। ਸ੍ਰੀ ਹਰਿਮੰਦਰ ਸਾਹਿਬ ਤਾਂ ਕੇਵਲ ਕੀਰਤਨ ਹੀ ਹੁੰਦਾ, ਕੋਈ ਵੀ ਬਚਨ ਕੀਰਤਨ ਦੇ ਵਿੱਚ ਵੀ ਨਹੀਂ ਕਰ ਸਕਦੇ। ਔਰ ਕੀਰਤਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਬੀ ਬਾਣੀ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਮਹਾਰਾਜ ਦੀ ਬਾਣੀ ਦਾ, ਭਾਈ ਗੁਰਦਾਸ ਜੀ ਦੀ ਬਾਣੀ ਦਾ, ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੁੰਦਾ ਹੈ। ਹੋਰ ਕੋਈ ਕੱਚੀ ਧਾਰਨਾ ਵੀ ਉੱਥੇ ਨਹੀਂ ਪੜ੍ਹੀ ਜਾਂਦੀ। ਕਿਉਂਕਿ ਉਹ ਗੁਰੂ ਦਾ ਉਹ ਸਥਾਨ ਹੈ, ਸੱਚਖੰਡ, ਜਿੱਥੇ ਧੁਰ ਕੀ ਬਾਣੀ ਦਾ ਹੀ ਹੁਕਮ ਹੈ। ਹਾਂਜੀ।
ਜਿਉ ਕਿਉ ਕਰ ਸਿੱਖੀ ਵਿਸਤਾਰਹੁ। ਮਹਾਰਾਜ ਸਾਹਿਬ ਜੀ ਹੁਕਮ ਲਾ ਰਹੇ ਨੇ ਅਕਾਲ ਪੁਰਖ ਜੀ ਗੁਰੂ ਅਰਜਨ ਦੇਵ ਜੀ ਨੂੰ ਕਿ ਤੁਸੀਂ ਦੁਨੀਆ ਵਿੱਚ ਸਿੱਖੀ ਦਾ ਵਿਸਥਾਰ ਕਰੋ। ਸਿੱਖੀ ਕੈਸੀ ਹੋਵੇ? ਅੱਜ ਕੱਲ੍ਹ ਅਸੀਂ ਸਿੱਖੀ ਦੇ ਅਰਥ ਕੁਝ ਹੋਰ ਬਣਾਈ ਬੈਠੇ ਹਾਂ। ਸਿੱਖੀ ਦਾ ਅਰਥ ਹੈ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਮੱਤ ਕਿ ਭਾਈ ਗੁਰੂ ਦੀ ਮੱਤ ਅਨੁਸਾਰ ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ, ਸਰਬੱਤ ਦੇ ਭਲੇ ਦਾ ਕਨਸੈਪਟ ਜੋ ਹੈ ਉਹ ਗੁਰੂ ਦੀ ਸਿੱਖੀ ਹੈ। ਸਾਧ ਸੰਗਤ ਦੀ ਸਿੱਖੀ ਬੜੀ ਵਿਸ਼ਾਲ ਹਿਰਦੇ ਨਾਲ ਸਮਝ ਆਉਂਦੀ ਹੈ। ਤੰਗ ਦਿਲੀ ਵਾਲੇ, ਜਿਹੜੇ ਘੱਟ ਹਿਰਦੇ ਵਾਲੇ, ਛੋਟੀ ਬੁੱਧੀ ਵਾਲੇ ਲੋਕ ਨੇ, ਉਹਨਾਂ ਨੇ ਸਿੱਖੀ ਨੂੰ ਬੜਾ ਸੌੜਾ ਕਰ ਦਿੱਤਾ ਹੈ। ਐਸੀ ਸਿੱਖੀ ਵਿਸਥਾਰੋ ਜਿਹਦੇ ਨਾਲ ਸਭ ਨੂੰ ਸੁੱਖ ਮਿਲੇ, ਸਾਰੇ ਸੰਸਾਰ ਦਾ ਭਲਾ ਹੋਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਹੁਕਮ ਅਕਾਲ ਪੁਰਖ ਜੀ ਦੇ ਰਹੇ ਨੇ। ਨਰਕ ਪਰਨ ਤੇ ਨਰ ਨ ਉਬਾਰਹੁ। ਇਹ ਗੁਰੂ ਅਰਜਨ ਦੇਵ ਜੀ ਇਹ ਸਿੱਖੀ ਦਾ ਵਿਸਥਾਰ ਕਰੋ ਤਾਂ ਕਿ ਲੋਕ ਨਰਕਾਂ ਵਿੱਚ ਪੈਣ ਤੋਂ ਬਚ ਸਕਣ, ਦੁੱਖਾਂ ਤੋਂ ਬਚ ਸਕਣ। ਹਾਂਜੀ, ਫੇਰ ਜੁਦ ਤੁਰਕਨ ਸੋ ਕਰੀਏ ਹੈ। ਫਿਰ ਸਮਾਂ ਆਵੇਗਾ 6ਵੇਂ ਜਾਮੇ ਵਿੱਚ ਤੁਹਾਡੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵਾਂ ਜਾਮਾ ਜਦੋਂ ਧਾਰਨ ਕਰੋਗੇ, ਉਸ ਵੇਲੇ ਤੁਰਕਾਂ ਨਾਲ ਯੁੱਧ ਵੀ ਕਰਨੇ ਪੈਣੇ। ਅਕਾਲ ਪੁਰਖ ਜੀ ਆਉਣ ਵਾਲਾ ਸਮਾਂ ਦੱਸ ਰਹੇ ਨੇ। ਅਪਰ ਪੰਜ ਤਨ ਜੋਤ ਸੰਚਰੀਏ ਹੈ। 5 ਜਾਮੇ ਜੇ ਤੁਸੀਂ ਹੋਰ ਧਾਰਨ ਕਰਨੇ ਨੇ, 5 ਹੋ ਚੁੱਕੇ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੁਹਾਡੇ ਤੱਕ। ਤੁਹਾਡੇ ਤੋਂ ਬਾਅਦ 5 ਜਾਮੇ ਤੁਸੀਂ ਹੋਰ ਧਾਰਨ ਕਰਨੇ ਨੇ। 10 ਜਾਮਿਆਂ ਵਿੱਚ ਜੋਤ ਵਰਤਣ ਦਾ ਹੁਕਮ ਹੈ। ਹਾਂਜੀ, ਪੰਥ ਖਾਲਸਾ ਰਚਹੁ ਵਿਸਾਲਾ। ਫਿਰ 10ਵੇਂ ਜਾਮੇ ਵਿੱਚ ਮਹਾਨ ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਖਾਲਸਾ ਪੰਥ ਰਚਨਾ ਕਰੋ। ਰੱਖਿਅਕ ਸਰਗੋ ਹੋਏ ਸਭ ਕਾਲਾ। ਉਹ ਜਿਹੜਾ ਤੁਸੀਂ ਖਾਲਸਾ ਰਚੋਗੇ 10ਵੇਂ ਜਾਮੇ ਵਿੱਚ, ਉਹ ਇਸ ਸਰੋਵਰ ਦਾ ਪਹਿਰੇਦਾਰ ਹੋਵੇਗਾ। ਕੋਈ ਇਸ ਸਰੋਵਰ ਦੀ ਬੇਅਦਬੀ ਕਰੇਗਾ ਤੇ ਖਾਲਸਾ ਉਹਦੇ ਨਾਲ ਟੱਕਰ ਲਏਗਾ। ਸਾਧ ਸੰਗਤ ਜੀ ਦੇਖੋ, ਇਤਿਹਾਸ ਗਵਾਹ ਹੈ, ਜ਼ਕਰੀਏ ਖਾਨ ਦੇ ਸਮੇਂ ਕਾਜੀ ਅਬਦੁਲ ਰਜ਼ਾਕ ਨੇ ਤੇ ਮੱਸੇ ਰੰਗੜ ਨੇ, ਦੋਵਾਂ ਨੇ ਬੇਅਦਬੀ ਕਰਨੀ ਚਾਹੀ। ਦੋਵਾਂ ਨੂੰ ਖਾਲਸੇ ਨੇ ਸੋਧੇ ਲਾਏ। ਦੋਵਾਂ ਦੀ ਇੱਕ ਤਰ੍ਹਾਂ ਨਾਲ ਨੱਕ ਵੱਢੀ ਬੜੇ ਤਰੀਕੇ ਨਾਲ। ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਤੇ ਕਾਜੀ ਅਬਦੁਲ ਰਜ਼ਾਕ ਦਾ ਚੈਲੰਜ ਸੁੱਖਾ ਸਿੰਘ ਤੇ ਥਰਾਜ ਸਿੰਘ, ਅਗੜ ਸਿੰਘ, ਇਹਨਾਂ ਨੇ ਸਾਧ ਸੰਗਤ ਜੀ ਸਵੀਕਾਰ ਕਰਕੇ ਦਿਨੇ ਇਸ਼ਨਾਨ ਕਰਕੇ ਵਿਖਾਇਆ ਸਰੋਵਰ ਦੇ ਵਿੱਚ। ਫਿਰ ਹੋਰ ਜਿਹੜੇ ਜਾਨ ਖਾਨ ਨੇ ਆ ਕੇ ਸਰੋਵਰ ਪੂਰ ਦਿੱਤਾ, ਬੜੀ ਬੇਅਦਬੀ ਕੀਤੀ। ਅਬਦਾਲੀ ਦਾ ਜਰਨੈਲ ਸੀ ਜਾਨ ਖਾਨ, ਉਹਦੇ ਨਾਲ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਬੜਾ ਭਾਰੀ ਯੁੱਧ ਕਰਕੇ ਆਪਣਾ ਸੀਸ ਤਲੀ ਤੇ ਧਰ ਕੇ ਹਰਿਮੰਦਰ ਸਾਹਿਬ ਆਜ਼ਾਦ ਕਰਾਇਆ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਜਿਨ੍ਹਾਂ ਦਾ ਬੁੰਗਾ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਹੈ, ਉਹਨਾਂ ਮਹਾਂਪੁਰਸ਼ਾਂ ਨੇ ਅਬਦਾਲੀ ਦੀ 30,000 ਫੌਜ ਨਾਲ ਕੇਵਲ 30 ਸਿੰਘਾਂ ਨੇ ਮੁਕਾਬਲਾ ਕੀਤਾ। ਜਿੰਨਾ ਚਿਰ ਬਲ ਰਿਹਾ ਦੁਸ਼ਮਣ ਨੂੰ ਨੇੜੇ ਨਹੀਂ ਲੱਗਣ ਦਿੱਤਾ। ਸ਼ਹੀਦੀਆਂ ਪਾ ਗਏ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ। ਹੋਰ ਵੀ ਬੜੇ ਪ੍ਰਸੰਗ ਹਨ। ਮਹਾਰਾਜ ਅਕਾਲ ਪੁਰਖ ਜੀ ਕਹਿੰਦੇ ਜਿਹੜਾ ਤੁਸੀਂ ਖਾਲਸਾ ਸਾਜੋਗੇ ਉਹ ਹਰਿਮੰਦਰ ਸਾਹਿਬ ਦਾ ਪਹਿਰੇਦਾਰ ਬਣੇਗਾ। ਉਹ ਇਸ ਸ੍ਰੀ ਸਰੋਵਰ ਅੰਮ੍ਰਿਤਸਰ ਦੀ ਸੇਵਾ ਲਈ ਆਪਣੀਆਂ ਜਾਨਾਂ ਵਾਰਿਆ ਕਰਨਗੇ। ਹਾਂਜੀ, ਕਰਹਿ ਨਿਰੰਤਰ ਕੀਰਤ ਮੇਰੀ। ਇੱਥੇ ਮੇਰਾ ਖਾਲਸਾ ਭਜਨ ਕੀਰਤਨ ਕਰੇਗਾ। ਇੱਥੇ ਬੜੇ ਮੇਲੇ ਲੱਗਣਗੇ, ਬੜੀਆਂ ਸੰਗਤਾਂ ਆਉਣਗੀਆਂ, ਲਗਾਤਾਰ ਪਰਮੇਸ਼ਰ ਦਾ ਭਜਨ ਕੀਰਤਨ ਹੋਵੇਗਾ। ਪਰ ਬਿਰਤ ਹੋਸ਼ ਬਰੀਦ ਕਨੇਰੀ। ਸੋ ਚੰਗਾ ਮਾਰਗ, ਭਗਤੀ ਦਾ ਮਾਰਗ ਚਲਾਓ, ਸਭ ਦਾ ਭਲਾ ਹੋਵੇ, ਐਸਾ ਕੋਈ ਰਸਤਾ ਦੱਸੋ। ਪੁਨ ਮਮ ਤਨ ਮੈਂ ਲੈਤਾ ਪਾਵਹੁ। ਫਿਰ ਤੁਸੀਂ 10 ਜਾਮੇ ਧਾਰਨ ਤੋਂ ਬਾਅਦ ਸਾਡੇ ਸਰੂਪ ਵਿੱਚ ਹੀ ਆ ਕੇ ਲੀਨ ਹੋ ਜਾਣਾ ਹੈ। ਜਿੱਥੇ ਅਕਾਲ ਪੁਰਖ ਦਾ ਦਰਬਾਰ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਉੱਥੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਸਣ ਲੱਗਾ ਹੋਇਆ ਹੈ। ਹਾਂਜੀ, ਜਿਸ ਹਿਤ ਤਨ ਧਾਰਹੁ ਸੋ ਬਨਾਵਹੁ। ਸੋ ਗੁਰੂ ਅਰਜਨ ਦੇਵ ਜੀ ਜਿਹੜੇ ਕੰਮ ਲਈ ਤੁਸੀਂ ਇਹ ਜਾਮਾ ਧਾਰਨ ਕੀਤਾ ਮਨੁੱਖੀ, ਉਹ ਕੰਮ ਕਰੋ। ਹੁਣ ਇਹ ਸਰੋਵਰ ਬਣਾਓ, ਵਧੀਆ ਸਰੋਵਰ ਬਣਾਓ।
ਹਿਮ ਕਹਿ ਸੁਨ ਮਿਲ ਅੰਤਰ ਧਿਆਨੇ। ਇਸ ਤਰ੍ਹਾਂ ਅਕਾਲ ਪੁਰਖ ਜੀ ਗੁਰੂ ਅਰਜਨ ਦੇਵ ਜੀ ਨੂੰ ਹੁਕਮ ਦੇ ਕਰਕੇ ਅੰਤਰ ਧਿਆਨ ਹੋ ਗਏ ਹਨ, ਭਾਵ ਲੋਕਾਂ ਦੇ ਦੇਖਦਿਆਂ ਦੇਖਦਿਆਂ ਹੀ ਅਲੋਪ ਹੋ ਗਏ ਹਨ। ਗੁਣ ਸੁਰ ਗਨ ਅਤ ਪ੍ਰੀਤੀ ਠਾਨੇ। ਸਾਰੇ ਦੇਵਤੇ ਵੀ ਜਿਹੜੇ ਅਕਾਲ ਪੁਰਖ ਜੀ ਦੇ ਨਾਲ ਆਏ ਸਨ, ਉਹਨਾਂ ਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ ਹੈ। ਸ੍ਰੀ ਅਰਜਨ ਕੋ ਬੰਧਨ ਕੀਨਸ। ਸਾਰਿਆਂ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ। ਸਾਰੇ ਦੇਵਤੇ ਨਮਸਕਾਰ ਕਰਦੇ, ਕਿਉਂ? ਗੁਰੂ ਸਭ ਤੋਂ ਵੱਡਾ ਹੈ। ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਦੇਵੀ ਦੇਵਤਾ ਨਹੀਂ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਸਤਿਗੁਰਾਂ ਨੇ ਕਿਹਾ ਸਾਡੇ ਲਈ ਤਾਂ ਸਾਡਾ ਗੁਰੂ ਹੀ ਗੋਰਖ ਵਿਸ਼ਨੂੰ ਹੈ, ਸਾਡਾ ਗੁਰੂ ਹੀ ਬ੍ਰਹਮਾ ਹੈ, ਸਾਡਾ ਗੁਰੂ ਹੀ ਸ਼ਿਵ ਜੀ ਹੈ, ਸਾਡਾ ਗੁਰੂ ਹੀ ਪਾਰਬਤੀ ਮਾਈ ਹੈ। ਸਭ ਕੁਝ ਮਹਾਰਾਜ ਗੁਰੂ ਹੀ ਹੈ, ਗੁਰੂ ਤੋਂ ਵੱਡਾ ਕੋਈ ਨਹੀਂ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਸਾਰੇ ਦੇਵਤਿਆਂ ਨੇ ਮੱਥਾ ਟੇਕਿਆ ਹੈ। ਨਾਮ ਨਿਵੇਦਨ ਕਰ ਹਿਤ ਭੀਨਸ। ਔਰ ਮਹਾਰਾਜ ਸਾਹਿਬ ਜੀ ਨੂੰ ਬੜੇ ਪ੍ਰੇਮ ਦੇ ਨਾਲ ਨਮਸਕਾਰ ਕਰਕੇ ਬੇਨਤੀ ਭਨ ਭਨ ਗੇ ਸੁਰਪੁਰ ਕੋ। ਬੇਨਤੀਆਂ ਕੀਤੀਆਂ, ਮਹਾਰਾਜ ਕਿਰਪਾ ਕਰਨੀ, ਸਾਡੀ ਹਾਜ਼ਰੀ ਪ੍ਰਵਾਨ ਕਰ ਲੈਣੀ, ਸਾਡੀ ਸੇਵਾ ਜੋ ਅਸੀਂ ਕੀਤੀ ਸਰੋਵਰ ਤੇ ਇਹ ਪ੍ਰਵਾਨ ਕਰ ਲੈਣੀ। ਤੇ ਦੇਵਤੇ ਮੱਥਾ ਟੇਕ ਕੇ ਚਲੇ ਗਏ ਹਨ ਦੇਵਲੋਕ ਨੂੰ। ਕਰਤ ਪਰਸ ਪਰ ਜਸ ਸਤਿਗੁਰ ਕੋ। ਔਰ ਸਾਰੇ ਗੁਰੂ ਸਾਹਿਬ ਦਾ ਜਸ ਕਰਦੇ ਜਾ ਰਹੇ ਨੇ। ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਵੱਡੀ ਮਹਿਮਾ ਹੈ। ਧੰਨ ਗੁਰੂ ਰਾਮਦਾਸ ਜੀ ਬੜੇ ਪਰਉਪਕਾਰੀ ਹਨ। ਧੰਨ ਗੁਰੂ ਅਰਜਨ ਦੇਵ ਜੀ ਬੜੇ ਪਰਉਪਕਾਰੀ ਹਨ। ਸਾਰੀ ਦੁਨੀਆ ਦੇ ਉਪਕਾਰ ਕਰਕੇ ਇਹ ਪਵਿੱਤਰ ਸਰੋਵਰ ਬਣਾ ਰਹੇ ਹਨ। ਸੰਗਤ ਕਾਰ ਕਰਤ ਸਰ ਕੇਰੀ। ਗੁਰੂ ਕੀ ਸੰਗਤ ਸਰੋਵਰ ਦੀ ਕਾਰ ਸੇਵਾ ਕਰ ਰਹੀ ਸੀ। ਹੇਰ ਹੇਰ ਮਤ ਬਿਸਮ ਬਡੇਰੀ। ਉਹ ਹੈਰਾਨ ਹੋ ਰਹੀ ਸੀ ਵੀ ਗੁਰੂ ਅਰਜਨ ਦੇਵ ਜੀ ਕਿਹਦੇ ਨਾਲ ਗੱਲਾਂ ਕਰ ਰਹੇ ਹਨ। ਸ੍ਰੀ ਗੁਰੂ ਅਰਜਨ ਧਰ ਅਹਲਾਦਾ। ਗੁਰੂ ਅਰਜਨ ਦੇਵ ਜੀ ਬੜੇ ਪ੍ਰਸੰਨ ਹਨ, ਬੜੇ ਖੁਸ਼ੀ ਨਾਲ ਬਚਨ ਕਰਦੇ। ਇਹੋ ਤੇ ਕੌਣ ਕੀਨ ਸੰਵਾਦਾ। ਇਹ ਕੌਣ ਸਨ ਜਿਨ੍ਹਾਂ ਨਾਲ ਗੁਰੂ ਅਰਜਨ ਦੇਵ ਜੀ ਇੰਨੀ ਲੰਮੀ ਚੌੜੀ ਗੱਲਬਾਤ ਕੀਤੀ ਹੈ। ਨਏ ਅਨੂਠੇ ਬੇਸ ਵਿਸਾਲੇ। ਸਾਰੇ ਬੜੇ ਅਨੂਪਮ ਭੇਸ ਵਾਲੇ ਸਨ। ਨਵੇਂ ਦੇਖਣ ਵਿੱਚ ਪਤਾ ਹੀ ਨਹੀਂ ਸੀ ਲੱਗਦਾ, ਪਛਾਣ ਨਹੀਂ ਸੀ ਕੌਣ ਹਨ। ਕਿਤੇ ਆਏ ਕਹਾਂ ਇਹੋ ਚਾਲੇ। ਇਹ ਕਿੱਧਰੋਂ ਆਏ ਤੇ ਕਿੱਧਰ ਚਲੇ ਗਏ। ਸਰਗੀ ਕਾਰ ਕਮਾਵਤ ਗਏ। ਸਰੋਵਰ ਦੀ ਸੇਵਾ ਕਰਕੇ ਗਏ ਨੇ, ਕਾਰ ਸੇਵਾ ਕੀਤੀ ਇਹਨਾਂ ਨੇ। ਇਨ ਕੋ ਭੇਤ ਨ ਕਿਨਹੂ ਲਏ। ਇਹਨਾਂ ਦਾ ਭੇਤ ਨਹੀਂ, ਕੌਣ ਸਨ ਇਹ ਮੂਰਤੀਆਂ, ਇਹ ਸਰੂਪ ਬੜੇ ਅਲੌਕਿਕ ਸਨ। ਇਸ ਧਰਤੀ ਤੇ ਇਦਾਂ ਦੇ ਬੰਦੇ ਨਹੀਂ ਦੇਖੇ, ਇਦਾਂ ਦਾ ਨੂਰ ਨਹੀਂ ਕਿਸੇ ਦੇ ਚਿਹਰੇ ਤੇ ਦੇਖਿਆ, ਇੰਨੀ ਸ਼ਾਂਤੀ ਨਹੀਂ ਕਿਸੇ ਦੇ ਚਿਹਰੇ ਤੇ ਦੇਖੀ। ਇਹ ਕੌਣ ਸਨ? ਕਿਤੋਂ ਹੋਰ ਹੀ ਕਿਸੇ ਹੋਰ ਮੰਡਲ ਦੇ ਲੋਕ ਸਨ। ਸਿੱਖਾਂ ਨੇ ਅੰਦਾਜ਼ਾ ਲਾਇਆ, ਕਿਉਂਕਿ ਸਾਧ ਸੰਗਤ ਜੀ ਉਹ ਸਿੱਖ ਵੀ ਬੜੇ ਕਮਾਈ ਵਾਲੇ ਸਨ। ਉਹਨਾਂ ਸਿੱਖਾਂ ਦੀਆਂ ਵੀ ਅੱਖਾਂ ਬੜੀਆਂ ਸੂਖਮ ਸਨ, ਭਾਵ ਉਹ ਵੀ ਪਰਖਦੇ ਸਨ ਵੀ ਇੰਨੀਆਂ ਜੁੜੀਆਂ ਹੋਈਆਂ ਰੂਹਾਂ ਧਰਤੀ ਤੇ ਲੱਭਣੀਆਂ ਔਖੀਆਂ। ਕਿੱਧਰੋਂ ਆਏ, ਕਿੱਧਰ ਚਲੇ ਗਏ, ਕੌਣ ਸਨ ਇਹ? ਹਾਂਜੀ, ਪੁਨ ਸ਼੍ਰੀ ਅਰਜਨ ਥੜੇ ਬਿਰਾਜੇ। ਗੁਰੂ ਅਰਜਨ ਦੇਵ ਜੀ ਆ ਕੇ ਥੜੇ ਤੇ ਬੈਠ ਗਏ। ਕਹਿਤ ਕਰਾਵਤ ਸਰ ਕੋ ਕਾਜੇ। ਕਹਿ ਕੇ ਸਿੱਖਾਂ ਕੋਲੋਂ ਸਰੋਵਰ ਦੀ ਸੇਵਾ ਕਰਾ ਰਹੇ ਨੇ ਸਤਿਗੁਰੂ। ਬ੍ਰਿੰਦ ਸਿੱਖ ਅਰ ਲੱਗੇ ਮਜੂਰ। ਬਹੁਤ ਸਾਰੇ ਮਜ਼ਦੂਰ ਵੀ ਲੱਗੇ ਨੇ, ਸਿੱਖ ਵੀ ਲੱਗੇ ਨੇ। ਸਰੋਵਰ ਦੀ ਸੇਵਾ ਜਾਰੀ ਲਗਾਤਾਰ, ਦਿਨ ਰਾਤ ਸਿੱਖ ਬੜੀ ਤਨਦੇਹੀ ਨਾਲ ਸੇਵਾ ਨਿਭਾਉਂਦੇ ਨੇ। ਹੋਏ ਕਾਰ ਬਹੁਤ ਰੇ ਹਜੂਰ। ਬਹੁਤ ਸਿੱਖ ਮਹਾਰਾਜ ਦੇ ਸਨਮੁਖ ਖੜ ਕੇ ਸੇਵਾ ਕਰਦੇ ਨੇ। ਕੋਈ ਮਹਾਰਾਜ ਤੋਂ ਦੂਰ, ਭਾਵ ਜਿੱਥੇ ਸਤਿਗੁਰਾਂ ਦਾ ਹੁਕਮ ਭੱਠਿਆਂ ਦੇ ਵਿੱਚ ਇੱਟਾਂ ਬਣਾਉਣ ਦਾ, ਇੱਟਾਂ ਦੀ ਸੇਵਾ ਕਰਦੇ ਨੇ। ਕੋਈ ਚੂਨਾ ਪੀਸਦੇ ਨੇ, ਕੋਈ ਰੋੜ ਪੀਸਦੇ ਨੇ। ਬੜੀਆਂ ਔਖੀਆਂ ਔਖੀਆਂ ਘਾਟੀਆਂ ਸਨ ਸੇਵਾ ਦੀਆਂ। ਅੱਜ ਕੱਲ੍ਹ ਤੇ ਮਸ਼ੀਨਾਂ ਨਾਲ ਸਾਰਾ ਕੁਝ ਬਣ ਜਾਂਦਾ, ਪਹਿਲਾਂ ਹੱਥਾਂ ਨਾਲ ਹੀ ਕਰਨਾ ਪੈਂਦਾ ਸੀ। ਰੋੜ ਪੀਸਣੇ ਪੈਂਦੇ ਸੀ, ਚੂਨਾ ਪੀਸਣਾ ਪੈਂਦਾ ਸੀ, ਫਿਰ ਉਹਨੂੰ ਸਾਧ ਸੰਗਤ ਜੀ ਰੋੜਾਂ ਨੂੰ ਸਾੜ ਕੇ ਪੀਸਦੇ ਸਨ ਤੇ ਬਹੁਤ ਕਠਿਨ ਕੰਮ ਸੀਗਾ। ਤੇ ਚੂਨਾ ਪੀਸ ਕੇ ਉਹਦੇ ਵਿੱਚ ਫਿਰ ਸਣੀ ਪਾਣੀ, ਮਾਂਹ ਦੀ ਦਾਲ ਪਾਣੀ, ਉਹਨੂੰ ਹੋਰ ਬਰੀਕ ਬਰੀਕ ਪੀਸਣਾ,
ਫਿਰ ਉਹ ਤਿਆਰ ਕਰਕੇ ਉਹਦੇ ਨਾਲ ਇੱਟਾਂ ਲੱਗਦੀਆਂ ਸੀ ਜਿਹੜੀਆਂ ਯੁੱਗਾਂ ਤੱਕ ਰਹਿੰਦੀਆਂ। ਆ ਜਿਹੜਾ ਸੀਮੈਂਟ ਹੈ ਨਾ, ਇਹਦਾ 25-30 ਸਾਲ 'ਚ ਹੀ ਖੁਰ ਜਾਂਦਾ। ਸਰੋਵਰ ਨੂੰ ਵੀ ਤੇ ਹਰਿਮੰਦਰ ਸਾਹਿਬ ਦੀ ਨੀਂਹ ਨੂੰ ਸੀਮੈਂਟ ਨਹੀਂ ਲਾਇਆ, ਸੀਮੈਂਟ ਤਾਂ ਕੱਢਦਾ ਹੀ ਨਹੀਂ, ਨਾਲੇ ਉਦੋਂ ਸੀਮੈਂਟ ਹੁੰਦਾ ਵੀ ਨਹੀਂ ਸੀ। ਉਦੋਂ ਜਿਹੜਾ ਮਸਾਲਾ ਕਿਲਿਆਂ ਨੂੰ ਲੱਗਦਾ ਸੀ, ਬਿਲਡਿੰਗਾਂ ਨੂੰ ਲੱਗਦਾ ਸੀ, ਉਹ ਹੁੰਦਾ ਸੀ ਚੂਨਾ। ਚੂਨੇ ਦੀ ਚਿਣਾਈ ਬਹੁਤ ਲੰਮਾ ਸਮਾਂ ਕੱਢਦੀ, ਹਜ਼ਾਰਾਂ ਸਾਲ ਅਜੇ ਵੀ ਕਿਲੇ ਖੜੇ ਆ। ਤੁਸੀਂ ਕਦੀ ਬਠਿੰਡੇ ਦਾ ਕਿਲਾ ਦੇਖਿਆ ਹੋਵੇਗਾ, ਇਸੇ ਤਰ੍ਹਾਂ ਹੋਰ ਕਿਲੇ ਨੇ ਸਾਧ ਸੰਗਤ ਜੀ। ਉਹਨਾਂ ਦੇ ਵਿੱਚ ਜਿਹੜਾ ਕੈਮੀਕਲ ਪਾਇਆ ਗਿਆ ਉਹ ਪੁਰਾਣੇ ਗ੍ਰੰਥਾਂ 'ਚੋਂ ਪਤਾ ਲੱਗਦਾ ਬਈ ਬੜੀਆਂ ਮਹਿੰਗੀਆਂ ਚੀਜ਼ਾਂ ਚੂਨੇ 'ਚ ਪਾ ਕੇ ਫੇਰ ਚੂਨਾ ਤਿਆਰ ਕਰਦੇ ਸੀ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਵਿੱਚ ਤਾਂ ਬਾਬਾ ਜੱਸਾ ਸਿੰਘ ਜੀ ਹੋਰਾਂ ਨੇ ਸਿੱਕਾ ਵੀ ਪਾਇਆ ਹੋਇਆ ਤਾਂ ਕਿ ਹਰਿਮੰਦਰ ਸਾਹਿਬ ਦੀ ਨੀਂਹ ਬੜੀ ਯੁੱਗਾਂ ਤੱਕ ਅਟਲ ਹੀ ਰਵੇ। ਇਹੋ ਜਿਹੀ ਚੀਜ਼ਾਂ ਬਣਾਈਆਂ ਹੋਈਆਂ ਨੇ। ਹਾਂਜੀ, ਸੰਗਤ ਅਨੇਕ ਆਏ ਇਕ ਜਾਏ। ਸੋ ਸਾਧ ਸੰਗਤ ਜੀ, ਸੰਗਤਾਂ ਆ ਰਹੀਆਂ ਨੇ, ਸੰਗਤਾਂ ਜਾ ਰਹੀਆਂ ਨੇ, ਬੇਅੰਤ ਹੀ ਸੰਗਤਾਂ ਸੇਵਾ ਨਿਭਾ ਰਹੀਆਂ ਨੇ। ਜਿਤਕ ਸਰਕਾਰ ਕਮਾਏ, ਜਿੰਨੇ ਮਹੀਨੇ ਵਾਸਤੇ, ਕੋਈ 2 ਮਹੀਨੇ ਵਾਸਤੇ, ਕੋਈ 4 ਮਹੀਨੇ ਵਾਸਤੇ ਰਹਿੰਦਾ, ਸੇਵਾ ਕਰਦੇ ਨੇ ਸਿੱਖ ਪ੍ਰੇਮ ਦੇ ਨਾਲ। ਦੋਹਰਾ ਸਦਾ ਸਰੋਵਰ ਕੀ ਸ਼ਬਦ, ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਚੌਹਦਸ਼ ਬਨ ਹੈ ਸਪਾਨ ਚੱਲ ਰਹੀ ਹੈ। ਸਰੋਵਰ ਦੀਆਂ ਪੌੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ, ਚਾਰੇ ਪਾਸੇ ਲੱਗ ਗਏ ਨੇ ਕਾਰੀਗਰ। ਸਿੱਖ ਇੱਟਾਂ ਲਿਆ ਕੇ ਦਿੰਦੇ ਨੇ, ਮਸਾਲਾ ਲਿਆ ਕੇ ਦਿੰਦੇ ਨੇ, ਕਾਰੀਗਰ ਇੱਟਾਂ ਲਾਉਂਦੇ ਨੇ, ਪੌੜੀਆਂ ਪੱਕੀਆਂ ਬਣਾ ਰਹੇ ਨੇ। ਮਹਾਤਮ ਕੋ ਭਨਤ, ਔਰ ਗੁਰੂ ਸਾਹਿਬ ਜੀ ਮਹਾਰਾਜ ਸਰੋਵਰ ਦਾ ਬੜਾ ਮਹਾਤਮ ਦੱਸਦੇ ਨੇ। ਸ੍ਰੀ ਅਰਜਨ ਸੁਖਦਾਨ, ਸੁੱਖਾਂ ਦੇ ਦਾਤੇ ਸਤਿਗੁਰੂ ਜੀ ਸਿੱਖਾਂ ਨੂੰ ਦੱਸਦੇ ਨੇ, ਭਾਈ ਇਹ ਸਰੋਵਰ ਦੀ ਬੜੀ ਮਹਿਮਾ ਹੈ, ਬੜਾ ਮਹਾਤਮ ਹੈ। ਪੁਨ ਸਤਿਗੁਰੂ ਵਿਚਾਰ ਕੈ, ਫਿਰ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਭਗਤੂ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ ਸਾਹਿਬ ਜੀ ਵਰਗੇ ਸਿੱਖਾਂ ਨਾਲ ਵਿਚਾਰ ਕੀਤੀ ਹੈ। ਸੰਮਤ ਬਿਦ ਤੇ ਆਦ, ਬਾਬਾ ਬੁੱਢਾ ਜੀ ਮੁਖੀ ਹਨ, ਉਹਨਾਂ ਨਾਲ ਵੀ ਸਲਾਹ ਕੀਤੀ ਹੈ। ਸਾਰੇ ਸਿੱਖਾਂ ਨਾਲ ਸਲਾਹ ਕਰਕੇ ਜਹਦਰ ਜਿਉ ਨਿਜ ਸਦਨ ਕੋ, ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਗੁਰੂ ਜੀ। ਜਿਸ ਕੀ ਥਿਰ ਬੁਨਿਆਦ, ਐਸਾ ਹਰਿਮੰਦਰ ਸਾਹਿਬ ਜਿਹਦਾ ਸੰਸਾਰ ਦੇ ਵਿੱਚ ਸਾਰਿਆਂ ਤੋਂ ਸੁੰਦਰ ਸਰੂਪ ਹੋਵੇਗਾ, ਜਿਹਦੀ ਬੁਨਿਆਦ ਬੜੀ ਪੱਕੀ ਹੋਵੇਗੀ। ਜੋ ਪਈ ਸੁਨ ਕੈ ਸਿੱਖ ਆਦਿਕ ਗੁਰਦਾਸ, ਇਹ ਬਚਨ ਜਦੋਂ ਭਾਈ ਗੁਰਦਾਸ ਜੀ ਆਦਿਕ ਸਿੱਖਾਂ ਨੇ ਸੁਣੇ ਹਨ, ਭਗਤੂ ਬਹਿਲੋ ਧਰੇ ਹੁਲਾਸ, ਭਾਈ ਬਹਿਲੋ ਜੀ, ਭਾਈ ਭਗਤੂ ਜੀ ਬੜੇ ਖੁਸ਼ ਹੋਏ ਹਨ। ਸੱਚੇ ਪਾਤਸ਼ਾਹ ਹੋਰ ਪਰਉਪਕਾਰ ਕਰਨ ਲੱਗੇ। ਸਰੋਵਰ ਤਾਂ ਬਣ ਹੀ ਰਿਹਾ ਸੀ, ਹੁਣ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣੇਗਾ, ਹੋਰ ਬੜਾ ਸੋਹਣਾ ਲੱਗੇਗਾ। ਸਰ ਅੰਦਰ ਹਰਿਮੰਦਰ ਸੁੰਦਰ, ਸਰੋਵਰ ਦੇ ਅੰਦਰ ਹਰਿਮੰਦਰ ਸਾਹਿਬ ਹੋਵੇਗਾ, ਬਹੁਤ ਸੋਹਣਾ। ਸਿਰ ਜਹ ਸਮਤਾਲ ਹੈ ਨ ਪਰੰਦਰ, ਕਹਿੰਦੇ ਇਹੋ ਜਿਹਾ ਸੁੰਦਰ ਦਰਬਾਰ ਬਣੇਗਾ ਵੀ ਜਿਹਦੀ ਬਰਾਬਰੀ ਇੰਦਰ ਦੀ ਅਮਰਾਵਤੀ ਵੀ ਨਹੀਂ ਕਰ ਸਕੇਗੀ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਵੇਖੀਆਂ ਸਾਰੀਆਂ ਥਾਵਾਂ, ਸਵਰਗ ਵੀ ਵੇਖਿਆ ਹੈ, ਪਰ ਕਹਿੰਦੇ ਸਵਰਗ ਵੀ ਤੇਰੇ ਵਰਗਾ ਨਹੀਂ, ਸਵਰਗ ਵੀ ਹਰਿਮੰਦਰ ਸਾਹਿਬ ਦੀ ਰੀਸ ਨਹੀਂ ਕਰ ਸਕੇਗਾ। ਹਾਂਜੀ, ਸੁਨ ਸਿੱਖਨ ਉਤਸ਼ਾਹ ਵਡੇਰਾ, ਸਿੱਖਾਂ ਨੂੰ ਬੜਾ ਉਤਸ਼ਾਹ ਹੈ, ਸਾਰੀਆਂ ਸੰਗਤਾਂ ਨੂੰ ਬੜੀ ਖੁਸ਼ੀ ਹੈ ਵੀ ਮਹਾਰਾਜ ਬੜਾ ਪਰਉਪਕਾਰ ਕਰਨਗੇ, ਹਰਿਮੰਦਰ ਸਾਹਿਬ ਦੀ ਰਚਨਾ ਕਰਨਗੇ। ਪੰਚਾਮ੍ਰਿਤ ਕਰਵਾਏ ਕਨੇਰਾ, ਬਹੁਤ ਖੁੱਲੇ ਗੱਫੇ ਕੜਾਹ ਪ੍ਰਸ਼ਾਦ ਜੀ ਦੇ ਤਿਆਰ ਕਰਵਾਏ ਨੇ। ਗਮਨੇ ਗੁਰੂ ਤਾਲ ਕੇ ਮਾਹੀ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀਆਂ ਪਰਾਤਾਂ ਲੈ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਸਰੋਵਰ ਦੇ ਐਨ ਵਿਚਕਾਰ ਜਾ ਪਹੁੰਚੇ ਨੇ। ਸੰਗਤ ਬ੍ਰਿੰਦ ਸੰਗ ਮੈਂ ਜਾਹੀ, ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਨਾਲ ਹਨ। ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ ਗੁਰਸਿੱਖ ਨਾਲ ਹਨ। ਕਾਰੀਗਰਨ ਬੁਲਾ ਬਰਠਾਨਾ, ਕਾਰੀਗਰਾਂ ਨੂੰ, ਮਿਸਤਰੀਆਂ ਨੂੰ ਵੀ ਬੁਲਾ ਲਿਆ ਹੈ। ਸ੍ਰੀ ਮੁਖ ਤੇ ਸਭ ਬਿਉਂਤ ਬਖਾਨਾ, ਜੋ ਸ੍ਰੀ ਅਕਾਲ ਪੁਰਖ ਜੀ ਨਕਸ਼ਾ ਦੇ ਕੇ ਗਏ ਸਨ, ਉਹਦੀ ਸਾਰੀ ਵਿਧੀ ਕਾਰੀਗਰਾਂ ਨੂੰ ਸਮਝਾਈ ਹੈ। ਹਰਿਮੰਦਰ ਇਸ ਰੀਤ ਬਨਾਵੋ, ਕਾਰੀਗਰਾਂ ਨੂੰ ਹੁਕਮ ਹੋਇਆ ਵੀ ਇਹ ਮਹਾਰਾਜ ਪਰਮੇਸ਼ਰ ਜੀ ਅਕਾਲ ਪੁਰਖ ਜੀ ਦਾ ਮੰਦਰ ਬਣਨਾ ਹੈ। ਉਹਨਾਂ ਨੇ ਦੱਸਿਆ ਇਦਾਂ ਦਾ ਬਣਾਉਣਾ ਹੈ।
ਹਾਂਜੀ। ਚਾਰ ਦਵਾਰ ਚਹੁੰ ਦਿਸ਼ ਰਖਾਵਹੁ। ਚਾਰੇ ਪਾਸੇ ਚਾਰ ਦਰਵਾਜ਼ੇ ਰੱਖਣੇ ਨੇ, ਜਿੱਧਰੋਂ ਵੀ ਕੋਈ ਆਵੇ ਬੂਹੇ ਖੁੱਲੇ ਮਿਲਣਗੇ। ਸ੍ਰੀ ਹਰਿਮੰਦਰ ਸਾਹਿਬ ਇਸ ਤਰ੍ਹਾਂ ਦਾ ਤਿਆਰ ਕਰੋ। ਨਗਰ ਦਿਸ਼ਾ ਸਰ ਸੇ ਦਰ ਚੀਜ ਹੈ। ਸਰੋਵਰ ਦੇ ਉੱਤੇ ਬੜਾ ਸੋਹਣਾ ਪੁਲ ਬਣਾਓ ਤਾਂ ਕਿ ਸੰਗਤਾਂ ਪੁਲ ਤੋਂ ਲੰਘ ਕੇ ਹਰਿਮੰਦਰ ਸਾਹਿਬ ਆ ਜਾ ਸਕਣ। ਦਵਾਰ ਦਰਸ਼ਨੀ ਸਰ ਤਟ ਕੀਜ ਹੈ। ਦਰਸ਼ਨੀ ਦਿਉੜੀ ਜਿਹੜੀ ਹੈ, ਦਰਸ਼ਨੀ ਦਰਵਾਜ਼ਾ, ਉਹ ਸਰੋਵਰ ਦੇ ਕੰਢੇ ਤੇ ਬਣੇਗਾ। ਉਥੋਂ ਪੁਲ ਸ਼ੁਰੂ ਹੋਵੇਗਾ, ਹਰਿਮੰਦਰ ਸਾਹਿਬ ਤੱਕ ਪੁਲ ਆਵੇਗਾ, ਫਿਰ ਹਰਿਮੰਦਰ ਸਾਹਿਬ ਬਣੇਗਾ। ਇਹ ਸਾਰੀ ਖੇਡ ਮਹਾਰਾਜ ਅਕਾਲ ਪੁਰਖ ਜੀ ਦੱਸ ਕੇ ਗਏ ਨੇ। ਉਦਾਂ ਹੀ ਭਾਈ ਕਾਰੀਗਰੋ ਤੁਸੀਂ ਤਿਆਰ ਕਰਨੀ ਹੈ। ਹਰਿਮੰਦਰ ਕੀ ਕੁਰਸੀ ਸਾਰਹੁ। ਸ੍ਰੀ ਹਰਿਮੰਦਰ ਸਾਹਿਬ ਦੀ ਕੁਰਸੀ ਜਿਹੜੀ ਹੈ ਬੜੀ ਵੱਡੀ ਮਜ਼ਬੂਤ ਬਣਾਣੀ ਹੈ, ਕਿਉਂਕਿ ਜਲ ਵਿੱਚ ਰਹਿਣਾ ਹੈ। ਕੁਰਸੀ ਉਹਨੂੰ ਕਹਿੰਦੇ ਨੇ ਜਿਹੜੀ ਥੱਲੇ ਨਹੀਂ ਹੁੰਦੀ ਹੈ, ਥੜਾ ਹੁੰਦਾ ਹੈ, ਬੇਸ ਕਹਿ ਲਓ। ਸੋ ਐਸਾ ਬੇਸ ਤਿਆਰ ਕਰੋ ਜਿਹੜਾ ਜੁਗੋ ਜੁਗ ਅਟਲ ਹੋਵੇ। ਤਾਲ ਨੀਰ ਤੇ ਉਰਦ ਉਠਾ ਰਹੋ। ਔਰ ਸਰੋਵਰ ਦੇ ਜਲ ਨਾਲੋਂ ਉੱਚਾ ਕਰਕੇ ਫਿਰ ਹਰਿਮੰਦਰ ਸਾਹਿਬ ਬਣਾ ਦਿਓ। ਹਾਂਜੀ। ਸਵਰਗ ਦਾਰੀਆਂ ਧਰੇ ਬਣਾਵੋ। ਥੱਲੇ ਸਵਰਗ ਦੁਆਰੀਆਂ ਬਣਾ ਦਿਓ, ਮਹਿਰਾਬਾਂ ਬਣਾ ਦਿਓ, ਡਾਟਾਂ ਜਿਹਦੇ ਚੋਂ ਪਾਣੀ ਆਰ ਪਾਰ ਲੰਘ ਜਾਵੇ। ਸਾਧ ਸੰਗਤ ਜੀ 2004 ਦੇ ਵਿੱਚ ਜਦੋਂ ਸੇਵਾ ਹੋਈ ਹੈ, ਉਦੋਂ ਦਾਸਾਂ ਨੇ ਵੀ ਦਰਸ਼ਨ ਕੀਤੇ। ਤੁਸੀਂ ਵੀ ਸ਼ਾਇਦ ਟੀਵੀ ਤੇ ਵੀ ਦਰਸ਼ਨ ਹੋਏ। ਪ੍ਰੇਮੀ ਉੱਦਾਂ ਵੀ ਉੱਥੇ ਸੇਵਾ ਕਰਨ ਗਏ। ਉਹ ਥੱਲੇ 84 ਸਵਰਗ ਦੁਆਰੀਆਂ ਹਨ। ਥੱਲੇ ਪੁਲ ਦੇ ਇਧਰੋਂ ਵੜੋ ਤੇ ਦੂਜੇ ਪਾਸਿਓਂ ਦੀ ਹੋ ਕੇ ਸਾਰੇ ਤੇ ਵਾਪਸ ਹਰਿਮੰਦਰ ਸਾਹਿਬ ਤੋਂ ਹੋ ਕੇ ਜਦੋਂ ਆਓ ਤੇ 84 ਬਣਦੀਆਂ ਹਨ, ਜਿਨ੍ਹਾਂ ਦੇ ਵਿੱਚੋਂ ਜਲ ਆਰ ਪਾਰ ਲੰਘਦਾ ਰਹਿੰਦਾ ਤੇ ਉਹਦੇ ਉੱਤੇ ਹਰਿਮੰਦਰ ਸਾਹਿਬ ਖੜਾ ਹੈ। ਬੜੇ ਸੁੰਦਰ ਤਰੀਕੇ ਨਾਲ ਇਹ ਮਹਾਰਾਜ ਕਹਿੰਦੇ ਨੀਂਹ ਰੱਖੋ। ਪੂਰਬ ਦਿਸ਼ ਹਰ ਪੌੜ ਚਨਾਵਹੁ। ਪੂਰਬ ਵਾਲੇ ਪਾਸੇ ਹਰ ਕੀ ਪੌੜੀ ਹੋਵੇ ਤੇ ਪੱਛਮ ਵਾਲੇ ਪਾਸੇ ਪੁਲ ਹੋਵੇ। ਚਹੁੰ ਦਿਸ਼ ਕੀ ਪਰਕਰਮਾ ਕਰੀਏ ਹੈ। ਚਾਰੇ ਪਾਸੇ ਸੁੰਦਰ ਪਰਕਰਮਾ ਸਰੋਵਰ ਦੀ ਹੋਵੇ ਤੇ ਹਰਿਮੰਦਰ ਸਾਹਿਬ ਦੀ ਛੋਟੀ ਪਰਕਰਮਾ ਵੀ ਹੋਵੇ, ਜਿਹਦੇ ਵਿੱਚ ਹਰਿਮੰਦਰ ਸਾਹਿਬ ਆਉਣ ਵਾਲੇ ਯਾਤਰੂ ਆਲੇ ਦੁਆਲਿਓਂ ਦਰਬਾਰ ਦੀ ਪਰਕਰਮਾ ਕਰ ਸਕਣ। ਗਾਡੀ ਨੀਵ ਤਰੇ ਤੇ ਧਰੀਏ ਹੈ। ਨੀਂਹ ਥੱਲਿਓਂ ਮਜ਼ਬੂਤ ਰੱਖੋ। ਹਰਿਮੰਦਰ ਕੇ ਚਾਰੋਂ ਜੋਏ। ਹਰਿਮੰਦਰ ਦੇ ਜੋ ਚਾਰ ਦਰਵਾਜ਼ੇ ਰੱਖੋ। ਦੋਏ ਦੋਏ ਛਾਤ ਜੋ ਗਿਰਦੇ ਹੋਏ। ਤੇ ਦੋਹਰੀ ਛੱਤ ਹੋਵੇ, ਭਾਵ ਥੱਲੇ ਬਾਲਕੋਨੀ ਹੋਵੇ, ਉੱਪਰ ਫੇਰ ਛੱਤ ਹੋਵੇ। ਉਹਦੇ ਵਿੱਚ ਸੰਗਤਾਂ ਬਹਿ ਕਰਕੇ ਕੀਰਤਨ ਭਜਨ ਚੁਖੰਡੀ 'ਚ ਸੁਣ ਸਕਣ। ਇਹ ਜਿੰਨਾ ਹੁਣ ਤੁਸੀਂ ਦਰਸ਼ਨ ਕਰ ਰਹੇ ਨਾ ਹਰਿਮੰਦਰ ਸਾਹਿਬ ਜੀ ਦੇ, ਸਾਧ ਸੰਗਤ ਜੀ ਆਪ ਜੀ ਨੇ ਲਗਭਗ ਸਾਰਿਆਂ ਨੇ ਦਰਸ਼ਨ ਕੀਤੇ ਹੀ ਹੋਣੇ ਆ। ਤੇ ਜੇ ਨਹੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਵੀ ਸਾਨੂੰ ਖੁੱਲੇ ਦਰਸ਼ਨ ਹਰਿਮੰਦਰ ਸਾਹਿਬ ਜੀ ਦੇ ਹੋਣ। ਉੱਥੇ ਕੁਝ ਸਮਾਂ ਬੈਠ ਕੇ ਦੇਖੋ ਕਿੱਦਾਂ ਗੁਰੂ ਸਾਹਿਬ ਨੇ ਨਕਸ਼ਾ ਤਿਆਰ ਕੀਤਾ ਹੈ। ਇਹ ਅਕਾਲ ਪੁਰਖ ਜੀ ਨਕਸ਼ਾ ਦੇ ਕੇ ਗਏ ਨੇ ਤੇ ਗੁਰੂ ਅਰਜਨ ਦੇਵ ਜੀ ਕਾਰੀਗਰਾਂ ਨੂੰ ਸਮਝਾ ਰਹੇ ਨੇ। ਹਾਂਜੀ। ਮੱਧ ਜਾਏ ਉੱਚੀ ਇੱਕ ਛਾਤ। ਕਹਿੰਦੇ ਵਿਚਕਾਰ ਇੱਕ ਉੱਚੀ ਛੱਤ ਹੋਵੇਗੀ, ਜਿਹਦੇ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ। ਹੁਣ ਉਹਦੀ ਗੱਲ ਚੱਲ ਰਹੀ ਹੈ। ਚੰਦੋਆ ਲੱਗਾ, ਉਹਦੇ ਉੱਪਰ ਛੱਤ ਉੱਪਰ ਹੈ। ਬਾਕੀ ਆਲੇ ਦੁਆਲੇ ਸਾਧ ਸੰਗਤ ਜੀ ਚੌਖੰਡੀ ਹੈ, ਜਿਹਦੇ ਵਿੱਚ ਗੁਰੂ ਕੇ ਸਿੱਖ ਬਹਿ ਕੇ ਕੀਰਤਨ ਸੁਣਦੇ ਹਨ। ਹਾਂਜੀ। ਉੱਪਰ ਬਿਲ ਸਮੁਹਾਏ ਇੱਕ ਭਾਂਤ। ਸਾਧ ਸੰਗਤ ਜੀ ਉੱਪਰ ਮਹਾਰਾਜ ਕਹਿੰਦੇ ਫਿਰ ਇੱਕ ਸੋਹਣਾ ਗੁੰਬਜ ਬਣੇਗਾ। ਇਸ ਤਰ੍ਹਾਂ ਸਾਰਾ ਨਕਸ਼ਾ ਜਿਹੜਾ ਹੈ ਅਕਾਲ ਪੁਰਖ ਜੀ ਨੇ ਦੱਸਿਆ ਹੈ। ਉਹਦੇ ਉੱਤੇ ਬੰਗਲਾ ਗੁੰਬਜ ਸੋਹਣਾ ਬਣਾਓ, ਜਿਹਦੇ ਵਿੱਚ ਅੱਜ ਕੱਲ੍ਹ ਅਖੰਡ ਪਾਠ ਸਾਹਿਬ ਹੁੰਦੇ। ਉੱਪਰ ਦੋ ਜਗ੍ਹਾ ਤੇ ਅਖੰਡ ਪਾਠ ਹੁੰਦੇ ਨੇ, ਇੱਕ ਤਾਂ ਵੱਡੀ ਬੀੜ ਹੈ, ਉਹ ਤਾਂ ਹਰ ਕੀ ਪੌੜੀ ਦੇ ਉੱਪਰ ਹੈ। ਜਿਹੜਾ ਬੰਗਲਾ ਇਹਨੂੰ ਗੁੰਬਜ ਕਹਿੰਦੇ ਆ, ਉਹ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਹੈ, ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਉੱਪਰ। ਉੱਥੇ ਵੀ ਪ੍ਰਕਾਸ਼ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਚੱਲਦਾ ਹੈ। ਸੋ ਉੱਪਰ ਸੋਹਣਾ ਗੁੰਬਜ ਬਣਾਓ। ਕੰਚਨ ਤੇ ਚੌਹਦਿਸ਼ ਮਹਿਲ ਪਹਿ। ਉੱਤੇ ਬੈਠਵੇਂ ਕਮਲ ਵਰਗਾ ਇੱਕ ਗੁੰਬਜ ਬਣਾਓ। ਅੱਜ ਕੱਲ੍ਹ ਜਿਹੜੇ ਗੁਰਦੁਆਰਿਆਂ ਦੇ ਗੁੰਬਜ ਨਵੇਂ ਬਣਦੇ ਨੇ, ਇਹ ਗੋਲ ਬਣਦੇ ਨੇ, ਮੁਸਲਮਾਨਾਂ ਦੀ ਮਸੀਤਾਂ ਵਰਗੇ। ਪਹਿਲਾਂ ਸਾਧ ਸੰਗਤ ਜੀ ਜਿਹੜੇ ਗੁੰਬਜ ਬਣੇ ਨੇ, ਹਜੂਰ ਸਾਹਿਬ ਦਾ ਦੇਖ ਲਓ, ਸ੍ਰੀ ਹਰਿਮੰਦਰ ਸਾਹਿਬ ਦਾ ਗੁੰਬਜ ਹੈ, ਤਰਨ ਤਾਰਨ ਦਾ, ਇਹ ਤਿੰਨ ਗੁੰਬਜ ਪੁਰਾਣੇ
ਇੱਕ ਸਾਡੇ ਅੰਬਾਲੇ ਵਿੱਚ ਮਹਾਂਪੁਰਸ਼ਾਂ ਨੇ, ਕਾਰ ਸੇਵਾ ਵਾਲੇ ਨੇ ਢਾਣ ਦੀ ਕੋਸ਼ਿਸ਼ ਤਾਂ ਕੀਤੀ ਸੀ, ਪਰ ਸੰਗਤ ਨੇ ਬਚਾ ਲਿਆ ਹੈ। ਉਹ ਪੁਰਾਣੀ ਗੁੰਬਜ ਹੈ, 300 ਸਾਲ ਪੁਰਾਣਾ। ਉਹ ਜਿਹੜੇ ਬੈਠਵੇਂ ਗੁੰਬਜ ਨੇ ਸਿੱਖ ਆਰਟ ਕਲਾ ਦੇ ਗੁੰਬਜ ਹੁੰਦੇ ਨੇ। ਸੋ ਸਾਧ ਸੰਗਤ ਜੀ, ਉਹ ਗੁੰਬਜ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਵੀ ਜਿਵੇਂ ਪੁੱਠਾ ਕਮਲ ਰੱਖਿਆ ਹੋਵੇ, ਇਸ ਤਰ੍ਹਾਂ ਉਹ ਬਣਾਇਆ ਹੁੰਦਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਗੁੰਬਜ ਦਾ ਨਕਸ਼ਾ ਵੀ ਦੱਸ ਰਹੇ ਨੇ ਕਾਰੀਗਰਾਂ ਨੂੰ। ਇਸ ਤਰ੍ਹਾਂ ਸਾਰੀ ਗੱਲ ਦੱਸ ਕਰਕੇ ਮਹਾਰਾਜ ਸਾਹਿਬ ਜੀ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਹੋਇਆ ਹੈ ਤੇ ਉਹਨਾਂ ਨੂੰ ਵੀ ਤੁਸੀਂ ਅਰਦਾਸ ਕਰਕੇ ਆਪਾਂ ਨੀਂਹ ਰੱਖੀਏ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਸ ਤਰ੍ਹਾਂ ਨੀਂਹ ਰੱਖਦੇ ਹਨ, ਉਹ ਕਥਾ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।